स्वागत। पंजाब वन टीवी देख रहे सारे दर्शकों का निੱਘਾ जी आਇਆਂ ਨੂੰ बहुत स्वागत है जी। तुसी देख रहे हो अपना मनपसंद प्रोग्राम खरियां खोटियां। मैं हाँ दीप कौर ਤੇ ਮੈਂ ਹਾਂ ਜੀ ਤੁਹਾਡਾ ਆਪਣਾ ਚਰਨਜੀਤ ਜੋਗੀ। ਦੀਪ ਜੀ ਸਤਿ ਸ਼੍ਰੀ ਅਕਾਲ ਜੀ। ਹੋਰ ਸੁਣਾਓ ਕਿਵੇਂ ਹੋ? बहुत ਵਧੀਆ जी। किद्दां ठीक ठाक हो? ਬਿਲਕੁਲ ਟਨਾ ਟਨ ਜੀ ਐਨ ਕਾਡੋ ਫੁੱਲਾਂ ਤੇ ਖੇਡਦੀ ਹੈ ਬਾਗੋ ਬਾਗ ਗਾਰਡਨ ਗਾਰਡਨ। क्या बात है, सही गल है। दिल गार्डन गार्डन ही चाहिए है जी। ਬਿਲਕੁਲ ਜ਼ਿੰਦਗੀ ਦੇ ਵਿੱਚ ਹਮੇਸ਼ਾ ਨਾ ਬੰਦਾ ਕਿਸੇ ਨੂੰ ਵੀ ਮਿਲੇ ਜਦੋਂ ਵੀ ਮੈਂ ਅਕਸਰ ਇਹ ਗੱਲ ਕਹਿੰਦਾ ਹੁੰਦਾ ਖਿੜੇ ਮੱਥੇ ਮਿਲੋ। बिल्कुल ਸਾਡਾ ਬਾਪੂ ਕਹਿੰਦਾ ਹੁੰਦਾ ਸੀ ਕਹਿੰਦਾ ਕਿ ਰੋਂਦੇ ਜਾਣ ਤੇ ਮਰਿਆਂ ਦੇ ਸੁਨੇਹੇ ਲਿਆਉਣ। ਸੋ ਖਿੜੇ ਮੱਥੇ ਮਿਲੋ ਤਾਂ ਕਿ ਆਪ ਵੀ ਖੁਸ਼ ਰਹੋ ਤੇ ਦੂਸਰਿਆਂ ਨੂੰ ਵੀ ਖੁਸ਼ੀ ਦਿਓ। बिल्कुल बिल्कुल ਜ਼ਿੰਦਗੀ ਦੇ ਵਿੱਚ ਜਿਹੜੇ ਲੋਕ ਹੱਸਦਿਆਂ ਨੂੰ ਹੱਸਦੇ ਮਿਲਦੇ ਨੇ ਨਾ ਤਾਂ ਉਹਨਾਂ ਦੀ ਨੁਹਾਰ ਹੀ ਕੁਝ ਹੋਰ ਹੁੰਦੀ ਹੈ। ਬਿਲਕੁਲ ਬਿਲਕੁਲ ਖਿੜੇ ਚਿਹਰਿਆਂ ਦੇ ਨਾਲ ਜਦ ਤੁਸੀਂ ਮਿਲਦੇ ਹੋ ਨਾ ਕਿ ਬੰਦਾ ਚਾਹੇ ਅੰਦਰੋਂ ਦੁਖੀ ਵੀ ਹੋਵੇ ਨਾ, ਜਦੋਂ ਦੂਜੇ ਨੂੰ ਹੱਸਦਾ ਦੇਖਦਾ ਤਾਂ ਬਦੋ-ਬਦੀ ਬੰਦੇ ਦੇ ਮੂੰਹ ਤੇ ਨਾ ਹਾਸਾ ਫੁੱਟ ਪੈਂਦਾ ਹੈ। ਤਾਂ ਫਿਰ ਉਹਦੇ ਨਾਲ ਕਹਿ ਲਓ ਕਿ ਜ਼ਿੰਦਗੀ ਹੈ ਜਿਹੜੀ ਹੈ ਨਾ ਉਹ ਆਰਾਮ ਹੀ ਚੱਲਦੀ ਰਹਿੰਦੀ ਹੈ, ਸੁਹਾਣੀ ਲੱਗਦੀ ਹੈ ਤਾਂ ਸਫ਼ਰ ਜ਼ਿੰਦਗੀ ਦਾ ਸੋਹਣਾ ਕੱਟ ਜਾਂਦਾ। ਬਿਲਕੁਲ ਜੀ। ਔਰ ਅੱਜ ਦੇ ਇਸ ਖੂਬਸੂਰਤ ਸਫ਼ਰ ਦੇ ਵਿੱਚ ਬਹੁਤ ਕੁਝ ਅਸੀਂ ਚੰਗੀਆਂ ਗੱਲਾਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ। ਹਾਂ, ਕਿਤੇ ਸਮਾਜ ਦੇ ਵਿੱਚ ਬਹੁਤ ਕੁਝ ਖੋਟਾ ਵੀ ਹੁੰਦਾ ਹੈ, ਉਹਦੇ ਬਾਰੇ ਵੀ ਅਸੀਂ ਚਰਚਾ ਕਰਾਂਗੇ। ਖਰੀਆਂ ਖੋਟੀਆਂ ਦੇ ਵਿੱਚ ਅੱਜ ਅਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਕਰਨੀਆਂ ਜਿਵੇਂ ਅਕਸਰ ਅਸੀਂ ਕਰਦੇ ਹੁੰਦੇ ਆ, ਪਰ ਗੱਲ ਅੱਜ ਅਸੀਂ ਆਪਣੇ ਘਰ ਦੀ ਕਰਨੀ ਹੈ। ਅੱਛਾ, ਘਰ ਪਰਿਵਾਰ ਦੀ ਕਰਨੀ ਹੈ। ਘਰ ਤੋਂ ਹੀ ਸ਼ੁਰੂ ਕਰਨਾ ਅੱਜ ਘਰ ਤੋਂ ਹੀ ਮੈਂ ਕਹਾਂ ਜੀ ਪੁੱਛੋ ਨਾ। ਅੱਜ ਘਰ ਦੇ ਵਿੱਚ ਨਾ ਜਿਹੜਾ ਕਈ ਚੀਕ ਚਿਹਾੜਾ ਵੀ ਪੈਂਦਾ ਹੈ, ਘਰ ਦੇ ਵਿੱਚ ਖੁਸ਼ੀਆਂ ਵੀ ਹੁੰਦੀਆਂ, ਘਰ ਦੇ ਵਿੱਚ ਗਮੀਆਂ ਵੀ ਹੁੰਦੀਆਂ, ਘਰ ਦੇ ਵਿੱਚ ਕੁਝ ਆਪਣੇ ਵੀ ਹੁੰਦੇ ਆ, ਆਪਣਿਆਂ ਦੇ ਵਿੱਚ ਲੁਕੇ ਹੋਏ ਕੁਝ ਬੇਗਾਨੇ ਵੀ ਹੁੰਦੇ ਆ। ਸਾਰਿਆਂ ਦੀਆਂ ਗੱਲਾਂ ਕਰਾਂਗੇ ਅੱਜ ਆਪਾਂ। ਅੱਛਾ, ਤੇ ਸ਼ੁਰੂਆਤ ਕਿੱਥੋਂ ਕਰਨੀ ਹੈ? ਸ਼ੁਰੂਆਤ ਕਰਨੀ ਹੈ ਕਿ ਸਾਡੇ ਸਮਾਜ ਦਾ ਸਭ ਤੋਂ ਇੱਕ ਅਨਿੱਖੜਵਾਂ ਅੰਗ ਜਿਹੜਾ ਹੈ ਔਰਤ। ਕੀ ਬਾਤ, ਉਹ ਸ੍ਰਿਸ਼ਟੀ ਹੈ। ਔਰਤ ਦੇ ਨਾਲ ਹੀ ਇਸ ਦੁਨੀਆ ਦੇ ਉੱਪਰ ਉਤਪਤੀ ਹੁੰਦੀ ਹੈ। ਬਿਲਕੁਲ। ਔਰਤ ਇੱਕ ਐਸੀ ਕੀ ਕਹਿੰਦੇ ਹੁੰਦੇ ਆ, ਇਸ ਕਾਇਨਾਤ ਦੀ ਇੱਕ ਐਸੀ ਸਾਡੀ ਇਸ ਕੁਦਰਤ ਦੀ ਇੱਕ ਐਸੀ ਚੀਜ਼ ਹੈ ਨਾ ਕਿ ਜਿਹੜੀ ਹਰ ਇੱਕ ਚੀਜ਼ ਨੂੰ ਹਰਿਆ ਭਰਿਆ ਕਰਦੀ ਹੈ। ਤੁਹਾਡਾ ਘਰ ਜਿਹੜਾ ਆ ਉਹ ਮਕਾਨ ਹੁੰਦਾ, ਉਹਨੂੰ ਘਰ ਬਣਾਉਂਦੀ ਹੈ। ਠੀਕ ਹੈ, ਬੰਦੇ ਨੂੰ ਜੀਣਾ ਸਿਖਾਉਂਦੀ ਹੈ, ਸਲੀਕਾ ਸਿਖਾਉਂਦੀ ਹੈ। ਔਰ ਇਹ ਔਰਤ ਜਿਹੜੀ ਸਾਡੇ ਘਰ ਦੇ ਵਿੱਚ ਨਾ ਹੋਵੇ ਨਾ ਤੇ ਘਰ ਉਜਾੜ ਵਰਗਾ ਹੁੰਦਾ ਹੈ। ਬਿਲਕੁਲ। ਹੁਣ ਤੁਸੀਂ ਕਿਹਾ ਨਾ ਕਿ ਘਰ ਉਜਾੜ ਵਰਗਾ ਹੁੰਦਾ ਹੈ ਤਾਂ ਮੇਰੇ ਜ਼ਿਹਨ ਦੇ ਵਿੱਚ ਉਹ ਗੱਲਾਂ ਘੁੰਮਣ ਲੱਗ ਗਈਆਂ ਜਿਹੜੀਆਂ ਕਿ ਮੈਂ ਕਦੇ ਆਪਣੀ ਨਾਨੀ ਕੋਲ, ਦਾਦੀ ਕੋਲ ਜਾਂ ਹੋਰ ਰਿਸ਼ਤੇਦਾਰਾਂ ਬਜ਼ੁਰਗਾਂ ਤੋਂ ਜਿਹੜੀਆਂ ਸੁਣੀਆਂ ਨੇ ਕਿ ਜਿਸ ਘਰ ਦੀਆਂ ਔਰਤਾਂ ਹਨਾ ਕਹਿ ਲਓ ਸੁੱਗੜ ਹੁੰਦੀਆਂ ਨੇ, ਸਿਆਣੀਆਂ ਹੁੰਦੀਆਂ ਨੇ ਹਨਾ, ਜਾਂ ਕਹਿੰਦੇ ਆ ਕਿ ਔਰਤ ਜਿਹੜੀ ਮੁੱਠੀ ਮੀਚ ਕੇ ਰੱਖਦੀ ਹੈ ਹਨਾ, ਉਹ ਸਾਰੇ ਘਰ ਨੂੰ ਕਹਿੰਦੇ ਕਿ ਹਨਾ ਇਦਾਂ ਬੰਨ ਕੇ ਰੱਖਦੀ ਹੈ। ਬਿਲਕੁਲ ਜੀ। ਮੈਂ ਨਾ ਦੀਪ ਤੁਹਾਨੂੰ ਦੱਸਣਾ ਚਾਹੁੰਦਾ ਕਿ ਕਿਸੇ ਨਾ ਮੈਂ ਪੰਚਾਇਤ ਵਿੱਚ ਬੈਠਾ ਸੀ ਤੇ ਉਸ ਪੰਚਾਇਤ ਵਿੱਚ ਇੱਕ ਬੀਬੀ ਨੇ ਗੱਲ ਬੜੀ ਅੱਛੀ ਕੀਤੀ। ਉਹ ਕਹਿੰਦੀ ਕਿ ਬੰਦਾ ਹਨਾ ਕਈਆਂ ਲੈ ਕੇ ਘਰ ਬਣਾਉਂਦਾ, ਠੀਕ ਹੈ ਨਾ, ਘਰ ਜੋੜਦਾ। ਔਰਤ ਚਾਹੇ ਤਾਂ ਸੂਈ ਦੇ ਨੱਕੇ ਦੇ ਨਾਲ ਉਧੇੜ ਕੇ ਰੱਖ ਦੇਵੇ, ਠੀਕ ਹੈ ਨਾ, ਤੇ ਔਰਤ ਚਾਹੇ ਤੇ ਉਸੇ ਹੀ ਸੂਈ ਦੇ ਨਾਲ ਸਾਰੇ ਪਾਟੇ ਰਿਸ਼ਤੇ ਸਿਉਂ ਵੀ ਸਕਦੀ ਹੈ। ਠੀਕ ਹੈ ਨਾ। ਇਹ ਜਿਹੜੀਆਂ ਚੀਜ਼ਾਂ ਨੇ ਇਹ ਸਾਨੂੰ ਸਿੱਖਣ ਨੂੰ ਮਿਲੀਆਂ ਨੇ ਔਰ ਅਸੀਂ ਹੰਡਾਈਆਂ ਵੀ ਨੇ। ਦੇਖੋ, ਇੱਕ ਜਿਹੜੀ ਔਰਤ ਹੈ ਸਾਡੇ ਘਰ ਦੇ ਵਿੱਚ, ਹਰ ਇੱਕ ਘਰ ਦੇ ਵਿੱਚ ਹੁੰਦੀ ਹੈ। ਉਹ ਮਾਂ ਦੇ ਰੂਪ ਦੇ ਵਿੱਚ ਹੁੰਦੀ ਹੈ, ਪਤਨੀ ਦੇ ਰੂਪ ਦੇ ਵਿੱਚ ਹੁੰਦੀ ਹੈ, ਭੈਣ ਦੇ ਰੂਪ ਦੇ ਵਿੱਚ ਹੁੰਦੀ ਹੈ, ਬੇਟੀ ਦੇ ਰੂਪ ਦੇ ਵਿੱਚ ਹੁੰਦੀ ਹੈ। ਠੀਕ ਹੈ ਨਾ, ਚਾਚੀ, ਤਾਈ, ਮਾਮੀ, ਮਾਸੀ, ਫੁੱਫੀ, ਪਤਾ ਨਹੀਂ ਕਿੰਨੇ ਕੁ ਰੂਪ ਹੁੰਦੇ ਆ ਨਾ। ਔਰਤ ਸਭ ਤੋਂ ਪਹਿਲਾਂ ਦੇਖੋ ਮੁਰਗੇ ਦੇ ਬਾਂਗ ਦੇਣ ਤੋਂ ਵੀ ਪਹਿਲਾਂ ਉੱਠ ਪੈਂਦੀ ਹੈ। ਮੁਰਗਾ ਵੀ ਬਾਅਦ ਚ ਉੱਠਦਾ ਹੋਣਾ ਹਨਾ, ਉਹਨੂੰ ਵੀ ਕਹਿੰਦੀ ਹੋਣੀ ਵੀ ਚੱਲ ਉੱਠ ਬਈ ਹੈ। ਤੇ ਇਹ ਜਿਹੜੀ ਚੀਜ਼ ਹੈ ਕਿ ਔਰਤ ਨੇ ਸਭ ਤੋਂ ਪਹਿਲਾਂ ਉੱਠਣਾ। ਇੱਕ ਔਰਤ ਬਹੁਤ ਵੱਡੇ ਰੋਲ ਅਦਾ ਕਰਦੀ ਹੈ ਤੁਹਾਡੇ ਘਰ ਦੇ ਵਿੱਚ ਵਿਚਰਦਿਆਂ ਹੋਇਆਂ। ਜੇਕਰ ਅਸੀਂ ਸਭ ਤੋਂ ਪਹਿਲਾ ਰੋਲ ਉਹਦਾ ਦੇਖੀਏ, ਉਹਨੇ ਤੁਹਾਡੀ ਰਸੋਈ ਦੇ ਵਿੱਚੋਂ ਤਰ੍ਹਾਂ ਦੀਆਂ ਮਹਿਕਾਂ ਜਿਹੜੀਆਂ ਉਹ ਖਲੇਰਨੀਆਂ। ਸਵੇਰੇ ਉੱਠਦੇ ਸਾਰੇ ਪਤੀਲੀ ਚੜ ਜਾਂਦੀ ਉਹਦੀ ਵਿਚਾਰੀ ਦੀ ਹੈ, ਉਹਦੇ ਵਿੱਚ ਲੌਂਗ ਇਲਾਇਚੀਆਂ ਦੀਆਂ ਮਹਿਕਾਂ। ਤੁਸੀਂ ਵੱਖਰੇ ਸਵਾਦ ਦੱਸਦੇ ਹੋ, ਅਦਰਕ ਪਾ ਲਈ ਚਾਹ ਦੇ ਵਿੱਚ, ਇੱਦਾਂ ਕਰ ਲਈ, ਉੱਦਾਂ ਕਰ ਲਈ, ਅੱਜ ਮੈਨੂੰ ਆਹ ਬਣਾ ਦੇ, ਅੱਜ ਆਹ ਕਰ ਦੇ। ਬੱਚਿਆਂ ਦੀਆਂ ਵੀ ਤਰ੍ਹਾਂ ਦੀਆਂ ਡਿਮਾਂਡਾਂ ਹੁੰਦੀਆਂ। ਬੱਚਿਆਂ ਦੇ ਟਿਫਨ ਅਲੱਗ ਤਿਆਰ ਕਰਨੇ, ਉਹਨਾਂ ਦੀ ਅਲੱਗ ਡਿਮਾਂਡ ਆ, ਘਰ ਵਾਲੇ ਦਾ ਅਲੱਗ ਕਰਨਾ। ਸੱਸ ਸਹੁਰੇ ਉਹਨਾਂ ਦਾ ਬਲੱਡ ਪ੍ਰੈਸ਼ਰ ਹਾਈ ਰਹਿੰਦਾ ਜਾਂ ਉਹਨਾਂ ਨੂੰ ਸ਼ੂਗਰ ਆ, ਉਹਨਾਂ ਦੇ ਲਈ ਫਿੱਕੀ ਚਾਹ ਬਣਾਉਣੀ ਹੈ ਤੇ ਜਾਂ ਫਿਰ ਉਹਨਾਂ ਦੇ ਲਈ ਖਿਚੜੀ ਦਲੀਆ ਬਣਾਉਣਾ ਹੈ ਜਾਂ ਕੁਛ ਵੀ। ਤਰ੍ਹਾਂ ਦੇ ਪਕਵਾਨ ਜਿਹੜੇ ਆ ਉਹ ਰਸੋਈ ਦੇ ਵਿੱਚ ਬਣਾਉਂਦੇ, ਉਹ ਇੱਕੋ ਟਾਈਮ ਤੇ ਇੱਕ ਬਹੁਤ ਵਧੀਆ ਕੁੱਕ, ਸ਼ੈਫ, ਢਾਬੇ ਵਾਲੀ ਦਾ ਵੀ ਰੋਲ ਅਦਾ ਕਰਦੀ ਹੈ। ਹੁਣ ਤੁਸੀਂ ਦੇਖੋ ਨਾ ਕਿਦਾਂ ਕਿ ਜ਼ਿੰਦਗੀ ਮਹਿਕ ਉੱਠੀ ਆ। ਉਹ ਸਾਰੇ ਸਵਾਦ, ਉਹ ਸਾਰੇ ਜਿਹੜੇ ਲਜ਼ੀਜ਼ ਖਾਣੇ ਇੱਕੋ ਵਾਰ ਨਜ਼ਰ ਦੇ ਅੱਗੋਂ ਲੱਗ ਗਏ, ਜਿਹੜੇ ਨਾ ਹਮੇਸ਼ਾ ਡਿਮਾਂਡ ਕਰਕੇ ਬਣਵਾਈਦੇ ਹੁੰਦੇ ਸੀ ਕਿ ਅੱਜ ਆਹ ਬਣਾ ਦਿਓ ਮੰਮੀ, ਅੱਜ ਆਹ ਬਣਾ ਦਿਓ। ਹੁਣ ਤੁਸੀਂ ਇਹ ਦੇਖੋ ਕਿ ਬੱਚੇ 3-4 ਨੇ ਘਰ ਵਿੱਚ, 2 ਬਜ਼ੁਰਗ ਹੋ ਗਏ ਹਨਾ, ਆਪਣਾ ਉਹਦਾ ਪਤੀ ਹੋ ਗਿਆ, ਇੱਕ ਔਰਤ ਦਾ, ਤਾਂ ਉਹ ਸਾਰਿਆਂ ਦੀਆਂ ਅਲੱਗ-ਅਲੱਗ ਡਿਮਾਂਡ। ਦਿਨ ਦੇ ਵਿੱਚ 7-8 ਵਾਰ ਤਾਂ ਉਹ ਵੱਖਰੇ ਪਕਵਾਨ ਹੀ ਬਣਾਉਂਦੀ ਹੈ। ਫਿਰ ਕੱਪੜੇ ਧੋਣੇ ਉਹਨੇ ਹਨਾ, ਫਿਰ ਬੱਚਿਆਂ ਦੀ ਪੜ੍ਹਾਈ ਲਿਖਾਈ ਦਾ ਵੀ, ਹਰ ਇੱਕ ਜ਼ਿੰਮੇਵਾਰੀ ਜਿਹੜੀ ਔਰਤ ਦੀ, ਕਦੇ ਉਹ ਟੀਚਰ ਹੈ,
ਹੈ, ਕਦੇ ਉਹ ਤੁਹਾਡੇ ਕਹਿਣ ਵਾਂਗੂ ਨਰਸ ਹੈ ਹਨਾ, ਕਦੇ ਉਹ ਸ਼ੈਫ ਹੈ। ਤਾਂ ਉਸ ਤੋਂ ਬਿਨਾਂ ਵੀ ਇੱਕ ਅਹਿਮ ਰੋਲ ਹੈ ਮੈਨੂੰ ਜੋ ਲੱਗਦਾ ਹੈ ਔਰਤ ਦਾ ਹਨਾ। ਉਹ ਰੋਲ ਇਹ ਹੈ ਕਿ ਉਹ ਕਿਤੇ ਨਾ ਕਿਤੇ ਜ਼ਿੰਦਗੀ ਦੇ ਵਿੱਚ ਜਦੋਂ ਅਸੀਂ ਕਠਿਨਾਈਆਂ ਦੇ ਵਿੱਚ ਹੁੰਨੇ ਆ ਹਨਾ, ਅਸੀਂ ਜਦੋਂ ਜਿਹੜੀ ਗੱਲ ਕਿਸੇ ਕੋ ਨਹੀਂ ਕਹਿ ਸਕਦੇ, ਉਹ ਫਿਰ ਜਦੋਂ ਮਾਂ ਦੀ ਬੁੱਕਲ ਚ ਆ ਕੇ ਰੋਨੇ ਆ ਨਾ, ਉਹ ਫਿਰ ਵੀ ਸਾਨੂੰ ਹੌਸਲਾ ਦਿੰਦੀ ਹੈ ਹਨਾ। ਤੇ ਉਹ ਜਿਵੇਂ ਕਹਿ ਲਓ ਕਿ ਬਾਜ ਵਾਂਗੂ ਸਾਨੂੰ ਉੜਨ ਦੀ ਲਈ ਹਨਾ ਇੱਕ ਸ਼ਕਤੀ ਫਿਰ ਦਿੰਦੀ ਹੈ। ਬਿਲਕੁਲ ਸਾਰੀਆਂ ਚੀਜ਼ਾਂ ਜਿਹੜੀਆਂ ਦੇਖੋ ਜਿਵੇਂ ਆਪਾਂ ਗੱਲਾਂ ਬਾਤਾਂ ਕਰਦੇ ਹਾਂ, ਜਿੱਥੇ ਉਹ ਖਾਣੇ ਬਣਾਉਂਦੀ ਹੈ ਉੱਥੇ ਤੁਹਾਡੇ ਲਈ ਦੁਨੀਆ ਦਾ ਸਭ ਤੋਂ ਵਧੀਆ ਧੋਬੀ ਵੀ ਬਣਦੀ ਹੈ, ਠੀਕ ਹੈ ਨਾ। ਆਮ ਤੌਰ ਤੇ ਆਪਾਂ ਬਾਹਰੋਂ ਕਿਸੇ ਤੋਂ ਕੋਈ ਕੱਪੜਾ ਸਾਫ਼ ਕਰਵਾਈਏ ਜਾਂ ਪ੍ਰੈਸ ਕਰਵਾਈਏ ਤੇ ਉਹਦੇ ਵਿੱਚ ਕੁਛ ਨਾ ਕੁਛ ਵਲ ਵੀ ਰਹਿ ਜਾਣਗੇ ਤੇ ਜਾਂ ਫਿਰ ਕਿਤੇ ਦਾਗ ਵੀ ਰਹਿਣਗੇ, ਉਹ ਦਾਗ ਨਹੀਂ ਛੱਡਦੀ, ਠੀਕ ਹੈ ਨਾ। ਔਰ ਉਸ ਤੋਂ ਬਾਅਦ ਜੇਕਰ ਘਰ ਦੇ ਵਿੱਚ ਕੋਈ ਬਿਮਾਰ ਠਮਾਰ ਹੋ ਜਾਵੇ, ਉਹ ਤਾਂ ਹੋਇਆ ਹੀ ਰਹਿੰਦਾ, ਠੀਕ ਹੈ ਨਾ। ਦਵਾਈਆਂ ਤੋਂ ਬਿਨਾਂ ਅੱਜ ਕੱਲ੍ਹ ਕਿਹੜਾ ਚੱਲਦਾ, ਉਸ ਵੇਲੇ ਉਹ ਤੁਹਾਡੇ ਲਈ ਇੱਕ ਨਰਸ ਦਾ ਰੋਲ ਅਦਾ ਕਰਦੀ ਹੈ। ਕਦੇ ਤੁਹਾਡੇ ਮੱਥੇ ਤੇ ਪੱਟੀਆਂ ਭਿਉਂ ਰੱਖਦੀ ਹੈ, ਕਦੇ ਤੁਹਾਡੀਆਂ ਲੱਤਾਂ ਘੁੱਟਦੀ ਹੈ, ਕਦੇ ਤੁਹਾਡਾ ਸਿਰ ਘੁੱਟਦੀ ਹੈ, ਕਈ ਗਲ ਵੀ ਘੁੱਟ ਜਾਂਦੀਆਂ। ਇਹ ਵੀ ਸੱਚ ਹੈ ਕਿ ਇਹੋ ਜਿਹੀਆਂ ਕਲਯੁਗੀ ਮਾਵਾਂ ਵੀ ਹੈ ਨਾ, ਅੱਜ ਕੱਲ੍ਹ ਅਸੀਂ ਅਖਬਾਰਾਂ 'ਚ ਖਬਰਾਂ 'ਚ ਪੜ੍ਹਦੇ ਹਾਂ, ਉਸ ਪੱਖ ਨੂੰ ਅਸੀਂ ਨਹੀਂ ਲੈਂਦੇ ਹਨਾ। ਫਿਰ ਉਸ ਤੋਂ ਬਾਅਦ ਦੇਖੋ ਟੀਚਰ ਵੀ ਆ, ਬੱਚਿਆਂ ਨੂੰ ਚੰਗੇ ਸਲੀਕੇ ਸਿਖਾਉਣੇ, ਠੀਕ ਹੈ। ਜਿਹੜਾ ਪੜ੍ਹ ਕੇ ਆਇਆ ਉਹਨੂੰ ਘਰ ਬਿਠਾਲ ਕੇ ਉਹਨੂੰ ਕਹਿਣਾ ਪੜ੍ਹ ਹੁਣ, ਠੀਕ ਹੈ ਨਾ। ਫਿਰ ਹਰ ਇੱਕ ਚੀਜ਼ ਜਿਹੜੀ ਹੈ ਉਹ ਆਪਣਾ ਰੋਲ ਬਿਹਤਰ ਤਰੀਕੇ ਦੇ ਨਾਲ ਅਦਾ ਕਰਦੀ ਹੈ। ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਅਸੀਂ ਬਾਹਰ ਕਿਸੇ ਦੁਕਾਨਦਾਰ ਦੇ ਕੋਲੋਂ ਕੋਈ ਸਮਾਨ ਲੈ ਕੇ ਉਹਦੇ ਵਿੱਚ 3600 ਆਪਾਂ ਨੁਕਸ ਨਹੀਂ ਕੱਢ ਸਕਦੇ। ਜੇਕਰ ਉਹਦੇ ਵਿੱਚ ਕੋਈ ਨੁਕਸ ਕੱਢਦੇ ਅਗਲਾ ਕਹਿੰਦਾ ਮੇਰੇ ਥੜੇ ਤੋਂ ਥੱਲੇ ਉਤਰ, ਠੀਕ ਆ। ਚੀਜ਼ ਲੈਣੀ ਲੈ, ਨਹੀਂ ਲੈਣੀ ਤਿੱਤਰ ਹੋ ਜਾ, ਪੈਸੇ ਵੀ ਦਿੰਨੇ ਉੱਥੇ ਕੁਝ ਬੋਲ ਵੀ ਨਹੀਂ ਸਕਦੇ। ਇੱਥੇ ਇਹਨੂੰ ਫ੍ਰੀ ਸਾਰਾ ਸਮਾਨ ਲੈਂਦੇ ਆ, ਇਹਨੂੰ ਵਿਚਾਰੀ ਨੂੰ ਬਹੁਤ ਸਾਰੀਆਂ ਕਈ ਵਾਰ ਅਸੀਂ ਝਿੜਕਾਂ ਵੀ ਮਾਰ ਜਾਂਦੇ ਆ। ਔਰ ਕਿਉਂਕਿ ਇਹਦੀ ਜ਼ਿੰਦਗੀ ਜਿਹੜੀ ਆ ਚਾਰ ਦੀਵਾਰੀ ਦੇ ਅੰਦਰ ਜਿਹੜੀ ਹੈ, ਕੋਈ ਸਮਾਂ ਹੁੰਦਾ ਸੀ ਕਿ ਇਹ ਔਰਤ ਦੀ ਜ਼ਿੰਦਗੀ ਚਾਰ ਦੀਵਾਰੀ ਦੇ ਅੰਦਰ ਮਹਿਦੂਦ ਸੀ। ਇਹ ਬਾਹਰ ਨਿਕਲਣਾ ਨਹੀਂ ਸੀ ਜਾਣਦੀ, ਘੁੰਡ ਕੱਢ ਕੇ ਰੱਖਣਾ ਸ਼ਰਮ ਹਯਾ ਦਾ ਪ੍ਰਤੀਕ ਅੱਜ ਵੀ ਆ, ਅੱਜ ਵੀ ਆ। ਪਰ ਅੱਜ ਜਿਹੜੀ ਕੁੜੀ ਆ ਨਾ, ਔਰਤ ਜਿਹੜੀ ਆ ਨਾ, ਉਹ ਥੋੜੀ ਜੀ ਸਮੇਂ ਦੇ ਹਾਣੀ ਹੋਣਾ ਲੋਚਦੀ ਆ। ਤੁਸੀਂ ਗੱਲ ਅੱਗੇ ਲੈ ਗਏ ਹੈ ਨਾ ਕਿ ਸਮੇਂ ਦੇ ਹਾਣੀ ਔਰਤ, ਅਸੀਂ ਸਮੇਂ ਦੀ ਹਾਣੀ ਔਰਤ ਦੀ ਗੱਲ ਵੀ ਕਰਾਂਗੇ। ਪਰ ਮੇਰੇ ਜ਼ਿਹਨ ਦੇ ਵਿੱਚ ਇੱਕ ਛੋਟੀ ਜਿਹੀ ਗੱਲ ਇਹ ਆ ਰਹੀ ਸੀ, ਜਦੋਂ ਤੁਸੀਂ ਕਿਹਾ ਕਿ ਅਸੀਂ ਝਿੜਕ ਦਿੰਨੇ ਆ ਹਨਾ ਫਟਾਫਟ। ਇੱਕ ਛੋਟਾ ਜਿਹਾ ਬੱਚਾ ਵੀ ਆਪਣੀ ਮਾਂ ਨੂੰ ਕਹਿ ਦਿੰਦਾ ਮੈਨੂੰ ਨਹੀਂ ਪਤਾ, ਆ ਮੈਨੂੰ ਨਹੀਂ ਚਾਹੀਦਾ, ਜਾਂ ਨਹੀਂ ਮੈਂ ਤਾਂ ਇਹ ਕਿਹਾ ਨਹੀਂ ਸੀ ਹਨਾ। ਉਸ ਤੋਂ ਬਿਨਾਂ ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਹਨਾ ਅਸੀਂ ਔਰਤਾਂ ਨੂੰ ਬਹੁਤ ਜਲਦੀ ਏਦਾਂ ਨਕਾਰ ਦਿੰਨੇ ਆ, ਕਿਸੇ ਚੀਜ਼ ਨੂੰ ਕਹਿ ਦਿੰਨੇ ਆ ਅਸੀਂ ਇਹ ਖਾਣੀ ਨਹੀਂ ਹਨਾ। ਕਿ ਅਸੀਂ ਜਦੋਂ ਘਰ ਤੋਂ ਬਾਹਰ ਜਾਂਦੇ ਆ, ਜਦੋਂ ਕੋਈ ਬੱਚਾ ਜਿਹੜਾ ਉਹਦੀ ਪਰਵਰਿਸ਼ ਜਿੱਦਾਂ ਔਰਤ ਨੇ ਕੀਤੀ ਹੁੰਦੀ ਹੈ ਹਨਾ, ਕਿ ਉਹਦੇ ਵਿੱਚੋਂ ਉਹਦੀ ਮਾਂ ਨੂੰ ਪਰਖਿਆ ਜਾਂਦਾ ਹੈ। ਬਿਲਕੁਲ। ਕਈ ਵਾਰ ਅਸੀਂ ਆਸਾਨੀ ਦੇ ਨਾਲ ਇਹ ਵੀ ਕਹਿ ਦਿੰਦੇ ਆ, ਜੇ ਬੱਚੇ ਦੀ ਕੋਈ ਗਲਤੀ ਹੈ, ਉਹ ਚੰਗਾ ਬੋਲਦਾ ਨਹੀਂ, ਉੱਠਦਾ ਨਹੀਂ, ਬੈਠਦਾ ਨਹੀਂ, ਕਹਿ ਦਿੰਦੇ ਇਹਦੀ ਮਾਂ ਨੇ ਕੁਝ ਸਿਖਾਇਆ ਨਹੀਂ ਹਨਾ। ਜਿਹੜੀਆਂ ਮਾੜੀਆਂ ਆਦਤਾਂ, ਮੈਂ ਇਹ ਕਹਿਣਾ ਚਾਹੁੰਦੀ ਕਿ ਜਦੋਂ ਕਿਸੇ ਬੱਚੇ ਵਿੱਚ, ਕਿਸੇ ਇਨਸਾਨ ਦੇ ਵਿੱਚ ਹਨਾ ਕੋਈ ਮਾੜੀ ਆਦਤ ਹੁੰਦੀ ਹੈ ਤਾਂ ਉੱਥੇ ਵੀ ਉਹਦੀ ਮਾਂ ਨੂੰ ਕੋਸ ਦਿੱਤਾ ਜਾਂਦਾ, ਮਾਂ ਦਾ ਕਸੂਰ ਕੱਢਿਆ ਜਾਂਦਾ ਕਿ ਜੇਕਰ ਤਾਂ ਬੱਚਾ ਨਿਕਲੇ ਨਲਾਇਕ, ਫਿਰ ਤਾਂ ਹੈਗਾ ਮਾਂ ਦਾ ਕਸੂਰ। ਜੇ ਲਾਇਕ ਫਿਰ ਕਹਿੰਦਾ ਫਲਾਣੇ ਦਾ ਪੋਤਾ ਹੈ, ਇਹ ਫਲਾਣੇ ਦਾ ਪੋਤਿਆ, ਇਹ ਵੀ ਕਿਤੇ ਨਾ ਕਿਤੇ ਸਾਡੀ ਜਿੱਦਾਂ ਕਹਿ ਲਓ ਕਿ ਦੋਗਲਾਪਨ ਹੈ ਹਨਾ। ਕਿਉਂਕਿ ਬੱਚਾ ਤਾਂ ਘਰ ਦੇ ਵਿੱਚ ਮਾਂ ਦਾ ਵੀ ਓਨਾ ਹੀ ਹੈ ਤੇ ਪਿਓ ਦਾ ਵੀ ਓਨਾ ਹੀ ਹੈ, ਦਾਦੇ ਦਾ ਵੀ ਓਨਾ ਹੀ ਹੈ ਤੇ ਦਾਦੀ ਦਾ ਵੀ ਓਨਾ ਹੀ ਹੈ। ਗੱਲ ਇਹ ਕਿ ਜ਼ਿੰਮੇਵਾਰੀ, ਸਭ ਤੋਂ ਜ਼ਿਆਦਾ ਜ਼ਿੰਮੇਵਾਰੀ ਔਰਤ ਦੇ ਉੱਪਰ ਸੁੱਟੀ ਜਾਂਦੀ ਹੈ। ਦੇਖੋ ਆਮ ਤੌਰ ਤੇ ਮੈਂ ਕਿਤੇ ਪੜ੍ਹਿਆ ਸੀ, ਕਹਿੰਦੇ ਪ੍ਰਮਾਤਮਾ ਕੁੜੀਆਂ ਉਹਨਾਂ ਨੂੰ ਦਿੰਦਾ ਹੈ ਜਿੱਥੇ ਉਹਨੂੰ ਪਤਾ ਹੋਵੇ ਕਿ ਇਸ ਬੰਦੇ ਨੇ ਇਹਦੀ ਪਰਵਰਿਸ਼ ਚੰਗੀ ਕਰਨੀ, ਬਿਲਕੁਲ ਚੰਗੀ ਸੋਚ ਦੇ ਨਾਲ ਕਰਨੀ ਹੈ। ਨਹੀਂ ਤਾਂ ਕਹਿੰਦੇ ਜੇਕਰ ਉਹਨੂੰ ਪਤਾ ਹੋਵੇ ਨਾ ਕਿ ਇਹ ਬੰਦਾ ਐਸਾ ਹੀ ਆ, ਇਹਦੇ ਕੋਲੋਂ ਨਹੀਂ ਹੋਣਾ ਕੁਛ, ਤਾਂ ਉੱਥੇ ਫਿਰ ਉਹ ਕੁੜੀ ਵੀ ਨਹੀਂ ਦਿੰਦਾ। ਇਹ ਤੁਹਾਡੀ ਗੱਲ ਬਿਲਕੁਲ ਹਾਂ, ਮੈਂ ਵੀ ਕਈ ਵਾਰੀ ਸੁਣਦੀ, ਕਹਿੰਦੇ ਕਿ ਉਹ ਘਰ, ਇਹਨੂੰ ਇਹ ਵੀ ਕਿਹਾ ਜਾਂਦਾ ਸੀ ਕਿ ਉਹ ਘਰ ਭਾਗਾਂ ਵਾਲਾ ਹੈ ਜਿੱਥੇ ਧੀਆਂ ਨੇ। ਬਿਲਕੁਲ ਜੀ, ਬਿਲਕੁਲ। ਅੱਗੇ ਤਾਂ ਬਜ਼ੁਰਗ, ਪੁਰਾਣੇ ਬਜ਼ੁਰਗ ਉਸ ਘਰ ਰਿਸ਼ਤਾ ਨਹੀਂ ਸੀ ਕਰਦੇ ਹੁੰਦੇ ਜਿੱਥੇ ਕੁੜੀ ਨਹੀਂ ਸੀ ਹੁੰਦੀ। ਦੇਖੋ ਇੱਕ ਵਿਗਿਆਨ ਨੇ ਵੀ ਸਿੱਧ ਕੀਤਾ ਹੈ ਕਿ ਕੋਈ ਮੁੰਡਾ ਜਿਹੜਾ, ਇਹ ਵਿਗਿਆਨ ਖੋਜ ਹੋਈ ਹੈ ਇੱਕ, ਕਿ ਜਿਹੜਾ ਮੁੰਡਾ ਆ ਜੇਕਰ ਕੁੜੀਆਂ ਦੇ ਵਿਚਕਾਰ ਪਲਦਾ ਹੈ ਤੇ ਉਹ ਜ਼ਿਆਦਾ ਸਲੀਕੇਦਾਰ ਹੋਏਗਾ, ਤਹਿਜ਼ੀਬ ਵਾਲਾ ਹੋਏਗਾ। ਤੇ ਇਹ ਜਿਹੜੀ ਔਰਤ ਹੈ ਨਾ, ਇਹ ਔਰਤ ਸਾਨੂੰ ਜ਼ਿੰਦਗੀ ਜਿਉਣ ਦਾ ਤਰੀਕਾ, ਸਲੀਕਾ, ਤਹਿਜ਼ੀਬ ਸਿਖਾਉਂਦੀ ਹੈ। ਔਰ ਇਸ ਔਰਤ ਨੇ ਘਰਾਂ ਦੇ ਵਿੱਚੋਂ ਬਹੁਤ ਸਾਰੀਆਂ ਤੰਗੀਆਂ ਤੁਰਸ਼ੀਆਂ ਝੱਲੀਆਂ, ਕਦੇ ਪੜ੍ਹਾਈ ਦੇ ਲਈ, ਕਦੇ ਫਿਰ ਪੜ੍ਹਾਈ ਕਰਨ ਤੋਂ ਬਾਅਦ ਫਿਰ ਉਹ ਕਹਿੰਦੇ ਠੀਕ ਹੈ ਇਹਨੇ 10ਵੀਂ 12ਵੀਂ ਕਰ ਲਈ, ਇਹਨੂੰ ਸਿਲਾਈ ਕਢਾਈ ਸਿਖਾ ਦਿਓ, ਗਾਂਹ ਜਾ ਕੇ ਇਹਨੇ ਰੋਟੀਆਂ ਹੀ ਪਕਾਉਣੀਆਂ। ਰੋਟੀਆਂ ਚੁੱਲ੍ਹੇ ਚੌਂਕੇ ਤੱਕ ਹੀ ਮਹਿਦੂਦ ਔਰਤ ਨੂੰ ਰੱਖਣਾ ਜਿਹੜਾ ਉਹ ਸਮਾਜ ਦਾ ਅਜੋਕੇ ਸਮੇਂ ਦੇ ਵਿੱਚੋਂ ਉਹ ਵਿਜ਼ਨ ਹੁਣ ਖਤਮ ਹੋ ਗਿਆ। ਹੁਣ ਲੋਕ ਇਹ ਵੀ ਚਾਹੁੰਦੇ ਨੇ ਕਿ ਔਰਤ ਆਪਣੇ ਪੈਰਾਂ ਤੇ ਖੜੀ ਹੋਵੇ, ਔਰਤ ਪੜ੍ਹ ਲਿਖ ਜਾਵੇ, ਕੰਮਕਾਰ ਕਰੇ, ਮਰਦ ਦਾ ਬਰਾਬਰ ਦੇ ਵਿੱਚ ਹੱਥ ਵੰਡਾਵੇ। ਔਰ ਬਰਾਬਰੀ ਦੇ ਨਾਲ ਇਸੇ ਕਰਕੇ ਹੀ ਔਰਤਾਂ ਜਿਹੜੀਆਂ ਸੂਈ ਤੋਂ ਲੈ ਕੇ ਜਹਾਜ਼ ਤੱਕ ਬਣਾਉਣ ਵੀ ਲੱਗ ਪਈਆਂ, ਚਲਾਉਣ ਵੀ ਲੱਗ ਪਈਆਂ, ਠੀਕ ਹੈ ਨਾ। ਹਰ ਮਹਿਕਮੇ ਦੇ ਵਿੱਚ ਔਰਤਾਂ ਨੂੰ ਬਰਾਬਰੀ ਦਿੱਤੀ ਜਾਣ ਲੱਗ ਪਈ। ਜੇਕਰ ਗੱਲ ਕਰੀਏ ਅਸੀਂ ਘਰ ਦੇ ਵਿੱਚੋਂ
ਰਿਆਸਤ ਤੋਂ ਲੈ ਕੇ ਸਿਆਸਤ ਤੱਕ ਸਾਰੀਆਂ ਦੇ ਵਿੱਚ ਔਰਤਾਂ ਦੀ ਬਰਾਬਰੀ ਹੋਣ ਲੱਗ ਪਈ ਹੈ। ਸਰਕਾਰ ਨੇ ਪਿੱਛੇ ਜੇ ਇੱਕ ਰੂਲ ਵੀ ਅਦਾ ਕਰ ਦਿੱਤਾ ਸੀਗਾ ਕਿ ਤੁਸੀਂ ਪੰਚਾਇਤਾਂ ਦੇ ਵਿੱਚ, ਨਿਗਮਾਂ ਦੇ ਵਿੱਚ, ਅਸੈਂਬਲੀ ਦੇ ਵਿੱਚ ਔਰਤਾਂ ਦੀ ਬਰਾਬਰ ਦੀ ਭਾਗੀਦਾਰੀ ਰੱਖੋ। 50-50 ਹੋਣਾ ਚਾਹੀਦਾ ਹੈ। ਪੰਚਾਇਤਾਂ ਦੇ ਵਿੱਚ ਤਾਂ ਬਹੁਤ ਸਾਰੀਆਂ ਦੇ ਵਿੱਚ ਇਹ ਰੂਲ ਮੰਨ ਗਏ, ਨਿਗਮ ਦੇ ਵਿੱਚ ਵੀ ਮੰਨ ਗਏ, ਪਰ ਹੱਲੇ ਵੱਡੀਆਂ ਅਸੈਂਬਲੀਆਂ ਦੇ ਵਿੱਚ ਜਿੱਥੇ ਲੋਕ ਸਭਾ ਜਾਂ ਵਿਧਾਨ ਸਭਾ ਆ ਉੱਥੇ ਹੱਲੇ ਇਹ ਨਹੀਂ ਹੋਇਆ। ਉੱਥੇ ਹੱਲੇ 50-50 ਨਹੀਂ ਹੋਇਆ। ਕਿਸੇ ਸਮੇਂ ਦੇ ਵਿੱਚ 33% ਸੀ, ਪਰ 33% ਤੋਂ ਹੁਣ 50% ਆ ਗਏ ਆ। ਦੇਖਦੇ ਆ ਕਿ ਲਾਗੂ ਕਦੋਂ ਨੂੰ ਹੁੰਦਾ ਹੈ। ਕਹਿਣ ਦਾ ਮਤਲਬ ਇਹ ਹੈ ਕਿ ਔਰਤ ਅੱਜ ਅਬਲਾ ਨਹੀਂ ਰਹੀ। ਬਿਲਕੁਲ, ਅੱਜ ਔਰਤ ਸਮਰੱਥ ਹੋ ਗਈ ਆ। ਅੱਜ ਵਿਚਾਰੀ ਨਹੀਂ, ਵਿਚਾਰਨ ਯੋਗ ਹੋ ਗਈ ਹੈ। ਬਿਲਕੁਲ ਬਿਲਕੁਲ। ਅੱਜ ਔਰਤ ਦੇ ਉੱਪਰ ਵਿਚਾਰ ਚਰਚਾ ਹੋ ਰਹੀ ਹੈ, ਜਿਵੇਂ ਅਸੀਂ ਖਰੀਆਂ ਖੋਟੀਆਂ ਦੇ ਵਿੱਚ ਕਰ ਰਹੇ ਹਾਂ। ਬਿਲਕੁਲ ਬਿਲਕੁਲ। ਵੱਡੇ ਵੱਡੇ ਸੈਮੀਨਾਰ ਹੁੰਦੇ ਨੇ। ਅਸੀਂ ਨਾ ਔਰਤ ਦਾ ਇੰਟਰਨੈਸ਼ਨਲ ਪੱਧਰ ਤੇ ਵੂਮਨ ਡੇ ਮਨਾਉਂਦੇ ਆ। ਦੇਖੋ ਕਿ ਇਹ ਔਰਤ ਦੀਆਂ ਪ੍ਰਾਪਤੀਆਂ ਹੀ ਨੇ। ਬਿਲਕੁਲ ਜੀ, ਪ੍ਰਾਪਤੀਆਂ ਔਰਤਾਂ ਦੀਆਂ, ਕਿਉਂਕਿ ਔਰਤ ਬਹੁਤ ਅੱਗੇ ਨਿਕਲ ਗਈ। ਕਿੰਨੀਆਂ ਔਰਤਾਂ ਨੇ ਜਿਨ੍ਹਾਂ ਦਾ ਅਸੀਂ ਨਾਮ ਲੈ ਸਕਦੇ ਹਾਂ, ਪਰ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਨੇ ਕਿ ਇਹ ਗਿਣਤੀ ਮਿਣਤੀ ਦੀਆਂ ਔਰਤਾਂ ਨੇ। ਗਿਣਤੀ ਮਿਣਤੀ ਦੀਆਂ ਔਰਤਾਂ ਨਹੀਂ ਹੈਗੀਆਂ। ਇਹ ਔਰਤਾਂ ਉਹਨਾਂ ਲੋਕਾਂ ਦੀਆਂ, ਉਹਨਾਂ ਦੀਆਂ ਭਾਵਨਾਵਾਂ ਦੀਆਂ ਤਰਜਮਾਨੀ ਕਰਦੀਆਂ ਨੇ ਜਿਹੜੀਆਂ ਔਰਤਾਂ ਅੱਗੇ ਵਧਣਾ ਚਾਹੁੰਦੀਆਂ ਨੇ। ਅਸੀਂ ਤਾਂ ਸਾਰੀਆਂ ਬੀਬੀਆਂ ਨੂੰ ਕਹਾਂਗੇ, ਸਾਰੀਆਂ ਕੁੜੀਆਂ ਨੂੰ ਵੀ ਕਹਾਂਗੇ ਕਿ ਪੜ੍ਹ ਲਿਖ ਕੇ ਅੱਗੇ ਵਧਣਾ ਇਹ ਤੁਹਾਡਾ ਆਪਣਾ ਹੱਕ ਹੈ। ਇਸ ਹੱਕ ਨੂੰ ਕੋਈ ਦਬਾ ਨਹੀਂ ਸਕਦਾ। ਤੁਸੀਂ ਅੱਗੇ ਵਧੋਗੇ ਤੇ ਤੁਹਾਨੂੰ ਬਹੁਤ ਜ਼ਿਆਦਾ ਮੰਜ਼ਿਲ ਜਿਹੜੀ ਹੈ ਤੁਹਾਡੀ ਰਾਹ ਅੱਗੇ ਬਾਹਾਂ ਖਿਲਾਰ ਕੇ ਤੁਹਾਨੂੰ ਉਡੀਕਦੀ ਹੋਈ ਨਜ਼ਰ ਆਏਗੀ। ਜੇਕਰ ਤੁਸੀਂ ਆਪਣੀ ਮੰਜ਼ਿਲ ਵੱਲ ਵਧਣਾ ਸ਼ੁਰੂ ਕਰ ਦਿਓਗੇ ਤੇ ਤੁਹਾਡੇ ਰਾਹਾਂ ਦੇ ਵਿੱਚ ਰੋੜੇ ਅਟਕਾਉਣ ਵਾਲੇ ਹੌਲੀ 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 ਸਾਈਡ ਤੇ ਲੱਗ ਜਾਣਗੇ ਤੇ ਤੁਸੀਂ ਅੱਗੇ ਵਧ ਜਾਓਗੇ। ਬਿਲਕੁਲ ਬਿਲਕੁਲ। ਹੁਣ ਤੁਸੀਂ ਕਿਹਾ ਕਿ ਰਾਹਾਂ ਦੇ ਰੋੜੇ ਹੈ ਨਾ, ਕਿਉਂਕਿ ਜਿਹੜੀ ਹਿੰਮਤ ਹੈ ਨਾ, ਉਹ ਜਿਹੜੀ ਹਿੰਮਤ ਹੈ ਉਹ ਬਲਵਾਨ ਹੁੰਦੀ ਹੈ ਰੋੜਿਆਂ ਤੋਂ, ਹਨਾ, ਜਾਂ ਕੰਡਿਆਂ ਤੋਂ, ਜਿਹੜੀਆਂ ਔਕੜਾਂ ਆਉਂਦੀਆਂ ਨੇ। ਫਿਰ ਜਦੋਂ ਤੁਸੀਂ ਹਿੰਮਤੀ ਹੋ ਤੇ ਹਿੰਮਤ ਨਾਲ ਅੱਗੇ ਵਧਦੇ ਹੋ ਤਾਂ ਕੋਈ ਵੀ, ਮੈਨੂੰ ਲੱਗਦਾ ਹੈ ਕਿ ਰਾਹ ਐਸਾ ਨਹੀਂ ਜਾਂ ਕੋਈ ਵੀ ਮੰਜ਼ਿਲ ਐਸੀ ਨਹੀਂ ਜਿਹਨੂੰ ਤੁਸੀਂ ਨਹੀਂ ਪਾ ਸਕਦੇ। ਤੁਸੀਂ ਗੱਲ ਕੀਤੀ ਕਿ ਉਹ ਔਰਤਾਂ ਤੁਸੀਂ ਪਹਿਲਾਂ ਕਹਿ ਰਹੇ ਸੀ ਕਿ ਜਿਹੜੀਆਂ ਸਮੇਂ ਦੇ ਹਾਣੀ ਬਣੀਆਂ ਹੈ ਨਾ, ਉਹਨਾਂ ਦੀਆਂ ਹੀ ਕਹਿ ਲਓ ਕਿ ਝੰਡੇ ਬੁਲੰਦ ਨੇ, ਉਹਨਾਂ ਦੇ ਹੀ ਨਾਂ ਫਿਰ ਪੂਰੀ ਦੁਨੀਆ ਦੇ ਵਿੱਚ ਚਮਕਦੇ ਨੇ। ਦੇਖੋ ਇੱਕ ਨਾ ਮੈਂ ਸੌਫਟ ਡਰਿੰਕ ਕੰਪਨੀ ਦੀ ਇੱਕ ਮਹਿਲਾ CEO ਦੀ ਮੈਂ ਗੱਲ ਕਰਨੀ ਚਾਹਾਂ, ਮੈਂ ਨਾਮ ਤਾਂ ਨਹੀਂ ਲਵਾਂਗਾ ਜੀ। ਉਹਦੀ ਸੱਸ ਕਹਿੰਦੀ ਸੀ ਕਿ ਘਰ ਸੰਭਾਲ, ਵੀ ਤੂੰ ਆ ਬਾਕੀ ਦੇ ਕੰਮ ਛੱਡ ਦੇ। ਬਿਲਕੁਲ ਬਿਲਕੁਲ। ਤੂੰ ਛੱਡ ਦੇ ਜਿਹੜੀ ਦੁਨੀਆਦਾਰੀ ਦੇ ਵਿੱਚ ਪਈ ਹੋਈ ਆ, ਤੈਨੂੰ ਤਾਂ ਬਸ ਨਿਆਣੇ ਸੰਭਾਲ ਤੇ ਆਪਣਾ ਘਰ ਸੰਭਾਲ। ਉਹਨੇ ਦੇਖੋ ਜਿੱਦਾਂ ਵੀ ਮਰਜ਼ੀ ਆ, ਕਿਉਂਕਿ ਉਹਦਾ ਪੈਸ਼ਨ ਕੁਝ ਹੋਰ ਸੀ, ਉਹਦੇ ਇਰਾਦੇ ਕੁਝ ਹੋਰ ਸੀ ਔਰ ਮਜ਼ਬੂਤ ਸੀ। ਕਿਉਂਕਿ ਜੇ ਮਜ਼ਬੂਤ ਇਰਾਦੇ ਨਾ ਹੋਣ ਫਿਰ ਸੱਸ ਦੀ ਗੱਲ ਮੰਨ ਲੈਣੀ ਚਾਹੀਦੀ ਹੈ, ਤੇ ਜੇਕਰ ਇਰਾਦੇ ਮਜ਼ਬੂਤ ਹੈ ਫਿਰ ਆਪਣੇ ਆਪ ਨੂੰ ਅਜ਼ਮਾ ਵੀ ਲੈਣਾ ਚਾਹੀਦਾ ਹੈ। ਉਸ ਔਰਤ ਨੇ ਆਪਣੇ ਆਪ ਨੂੰ ਅਜ਼ਮਾਇਆ ਔਰ ਉਹ ਦੁਨੀਆ ਦੀ ਵਿਸ਼ਵ ਪ੍ਰਸਿੱਧ ਇੱਕ ਸੌਫਟ ਡਰਿੰਕ ਬਣਾਉਣ ਵਾਲੀ ਕੰਪਨੀ ਦੀ CEO ਆ। ਠੀਕ ਹੈ ਨਾ, ਇਹ ਬਹੁਤ ਵੱਡੀ ਇੱਕ ਗੱਲ ਆ। ਔਰਤਾਂ ਦੇ ਵਾਸਤੇ ਬਹੁਤ ਸਾਰੀਆਂ ਉਦਾਹਰਨਾਂ ਨੇ। ਕਿੰਨੀਆਂ ਔਰਤਾਂ ਨੇ ਜਿਹੜੀਆਂ ਆਪਣੀਆਂ ਵੱਡੀਆਂ ਵੱਡੀਆਂ ਮਲਟੀਨੈਸ਼ਨਲ ਕੰਪਨੀਆਂ ਚਲਾ ਰਹੀਆਂ ਨੇ। ਠੀਕ ਹੈ ਨਾ, ਵੱਡੇ ਵੱਡੇ ਅਹੁਦਿਆਂ ਦੇ ਉੱਪਰ ਬੈਠੀਆਂ ਨੇ। ਔਰ ਜੇਕਰ ਗੱਲ ਕਰੀ ਜਾਵੇ ਤੇ ਸਾਡੇ ਆਪਣੇ ਦੇਖੋ ਅਮਰੀਕਾ ਦੇ ਵਿੱਚ ਮੰਨ ਕਮਲਾ ਹੈਰਿਸ ਜੀ ਉਪ ਰਾਸ਼ਟਰਪਤੀ ਦੇ ਅਹੁਦੇ ਤੇ। ਠੀਕ ਹੈ ਨਾ, ਕਿੱਡਾ ਵੱਡਾ ਮਾਣ ਵਾਲੀ ਗੱਲ ਹੈ। ਔਰ ਜੇਕਰ ਅਸੀਂ ਗੱਲ ਕਰੀਏ ਭਾਰਤ ਦੇ ਵਿੱਚ ਵੀ, ਭਾਰਤ ਵਿੱਚ ਵੀ ਮਹਿਲਾ ਰਾਸ਼ਟਰਪਤੀ ਰਹਿ ਚੁੱਕੀ ਹੈ। ਠੀਕ ਹੈ, ਇਸ ਵੇਲੇ ਫਾਈਨਾਂਸ ਮਿਨਿਸਟਰ ਵੀ ਔਰਤ ਹੈ। ਠੀਕ ਹੈ ਨਾ, ਔਰ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਅੱਗੇ ਦੇਖਣਾ ਪਏਗਾ। ਸਾਨੂੰ ਉਹਨਾਂ ਔਰਤਾਂ ਨੂੰ ਆਦਰਸ਼ ਬਣਾ ਕੇ ਅੱਗੇ ਵਧਣਾ ਪਏਗਾ, ਅੱਗੇ ਕੋਸ਼ਿਸ਼ ਕਰਦੇ ਰਹਿਣਾ ਪਏਗਾ। ਕਹਿੰਦੇ ਨੇ ਕਿ ਬੇਹਿੰਮਤੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ। ਬਿਲਕੁਲ ਬਿਲਕੁਲ। ਹੁਣ ਤੁਸੀਂ ਗੱਲ ਕੀਤੀ ਕਿ ਇੱਕ ਔਰਤ ਹੈ ਜਿਹੜੀ ਹੈ ਨਾ, ਉਹ ਅਮਰੀਕਾ ਦੇ ਵਿੱਚ ਹੈ ਇਸ ਵੇਲੇ, CEO ਹੈ। ਅਸੀਂ ਕਈ ਵਾਰ ਇਹ ਦੇਖਦੇ ਹਾਂ ਕਿ ਉਹ ਤਾਂ ਅਮਰੀਕਾ 'ਚ ਹੈ, ਉਹਨੂੰ ਤਾਂ ਚਾਂਸ ਆਸਾਨੀ ਨਾਲ ਮਿਲ ਗਿਆ ਹੋਣਾ। ਇੱਦਾਂ ਸਾਡੀਆਂ ਬਹੁਤ ਸਾਰੀਆਂ ਖਿਡਾਰਨਾਂ ਨੇ, ਸਾਡੇ ਰਾਈਟਰ ਨੇ, ਇੱਕ ਪੰਜਾਬੀ ਲੇਖਕ ਹੈ ਜਿਹੜੇ ਅੱਜ ਕੱਲ੍ਹ ਬਹੁਤ ਪ੍ਰਸਿੱਧ ਨੇ। ਅਸੀਂ ਜਦੋਂ ਉਹਨਾਂ ਦੀ ਜੀਵਨੀ ਬਾਰੇ ਦੇਖਦੇ ਹਾਂ, ਉਹਨਾਂ ਦੀਆਂ ਇੰਟਰਵਿਊਜ਼ ਦੇ ਵਿੱਚ, ਤਾਂ ਉਹ ਲੱਗਦਾ ਹੈ ਕਿ ਉਹ ਐਵੇਂ ਨਹੀਂ ਬਣ ਗਏ ਇੱਥੇ, ਐਵੇਂ ਨਹੀਂ ਪਹੁੰਚ ਗਏ। ਉਹਨਾਂ ਨੇ ਵੀ ਇੱਕ ਤਸ਼ੱਦਦ ਹੰਢਾਇਆ ਹੈ। ਉਹ ਵੀ ਇੱਕ ਕਹਿ ਲਓ ਕਿ ਹਨੇਰਿਆਂ ਦੇ ਵਿੱਚ ਰਹੇ ਨੇ, ਪਰ ਉਹਨਾਂ ਨੇ ਚਾਨਣ ਆਪਣੇ ਲਈ ਫਿਰ ਆਪ ਲੱਭੇ ਹੈ। ਦੇਖੋ ਗੱਲ ਇਹ ਹੈ ਕਿ ਆਮ ਤੌਰ ਤੇ ਕਹਿੰਦੇ ਨੇ ਕਿ ਦੀਵੇ ਥੱਲੇ ਹਨੇਰਾ। ਬਿਲਕੁਲ ਬਿਲਕੁਲ। ਪਰ ਆਪਣੇ ਦੀਵੇ ਥੱਲੇ ਚਾਨਣ ਕਰਨ ਦੇ ਲਈ ਸਾਨੂੰ ਬਹੁਤ ਕੁਝ ਕਰਨਾ ਪੈਂਦਾ ਹੈ। ਠੀਕ ਹੈ ਨਾ, ਭੁੱਖਿਆਂ ਵੀ ਰਹਿਣਾ ਪੈਂਦਾ, ਉਨੀਂਦਰਾ ਵੀ ਸਹਿਣਾ ਪੈਂਦਾ। ਦੀਵੇ ਵਿੱਚ ਬੱਤੀ ਵਾਂਗੂ ਬਲਣਾ ਬੜੀ ਔਖੀ ਗੱਲ ਮਿੱਤਰਾ, ਨਾ ਦੁਨੀਆ ਤੇ ਕਿਸੇ ਦਾ ਚੱਲਣਾ। ਤੇ ਜੇਕਰ ਤੁਸੀਂ ਇਹ ਸਾਰੀਆਂ ਚੀਜ਼ਾਂ ਸਹਿ ਸਕਦੇ ਹੋ, ਧੁੱਪ ਧੂੜ ਧੱਕੇ ਜਰ ਸਕਦੇ ਹੋ, ਤਾਂ ਹੀ ਤੁਸੀਂ ਮੇਲਿਆਂ ਦੀ ਸੈਰ ਕਰ ਸਕਦੇ ਹੋ ਤੇ ਕੋਈ ਵੀ ਚੋਟੀ ਸਰ ਕਰ ਸਕਦੇ ਹੋ। ਇਹਦੇ ਵਾਸਤੇ ਸਾਨੂੰ ਲਗਾਤਾਰ ਹਿੰਮਤ ਕਰਨੀ ਚਾਹੀਦੀ ਹੈ, ਮਿਹਨਤ ਕਰਨੀ ਚਾਹੀਦੀ ਹੈ, ਅੱਗੇ ਵਧਣਾ ਚਾਹੀਦਾ ਹੈ। ਤੇ ਜਿਹੜੇ ਲੋਕ ਹਿੰਮਤਾਂ ਦਾ ਲੜ ਫੜ ਕੇ ਅੱਗੇ ਵਧਦੇ ਨੇ ਤਾਂ ਫਿਰ ਉਹੀ ਲੋਕ ਤਰੱਕੀਆਂ ਪਾਉਂਦੇ ਨੇ। ਫਿਰ ਜਿਹੜੇ ਲੋਕ ਉਹਨਾਂ ਦੇ ਰਾਹ ਵਿੱਚ ਰੋੜੇ ਅਟਕਾਉਂਦੇ ਸੀ ਨਾ, ਫਿਰ ਉਹ ਵੀ ਲੋਕ ਦੇਖਦੇ ਨੇ ਕਿ ਯਾਰ ਨਹੀਂ, ਹੁਣ ਇਹ ਹੌਲੀ 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 ਆਪਣੀ ਟਰੈਕ ਤੇ, ਆਪਣੀ ਲਾਈਨ ਤੇ
ਆ ਗਏ ਨੇ, ਹੁਣ ਇਹਨਾਂ ਦੀ ਮਦਦ ਕਰਨੀ ਬਣਦੀ ਹੈ। ਫਿਰ ਉਹ ਲੋਕ ਮਦਦ ਕਰਦੇ ਨੇ ਤੇ ਕਿਵੇਂ ਲੋਕ ਆਪਣੇ ਆਪ ਨੂੰ ਸਿੱਧ ਕਰਦੇ ਨੇ, ਇਸੇ ਤਰ੍ਹਾਂ ਦੀ ਇੱਕ ਕਹਾਣੀ ਅਸੀਂ ਤੁਹਾਡੇ ਨਾਲ ਵੀ ਸਾਂਝੀ ਕਰਾਂਗੇ। ਆਉਨੇ ਆ ਵਾਪਸ ਇੱਕ ਬਹੁਤ ਮਜ਼ੇਦਾਰ ਗੱਲਬਾਤ ਤੁਹਾਡੇ ਵਾਸਤੇ ਖਰੀਆਂ ਖੋਟੀਆਂ ਦੇ ਵਿੱਚ ਅਸੀਂ ਲੈ ਕੇ ਆਵਾਂਗੇ। ਤੁਸੀਂ ਸੁਣਦੇ ਤੇ ਦੇਖਦੇ ਰਹਿਣਾ ਇਸੇ ਤਰ੍ਹਾਂ ਹੀ ਆਪਣਾ ਪਸੰਦੀਦਾ ਪ੍ਰੋਗਰਾਮ ਖਰੀਆਂ ਖੋਟੀਆਂ। Condola Travels. Book your flight tickets online. Fast and easy way to book your domestic and international flight tickets. Friendly customer support. Travel in budget and style. Condola Travels. Call 209-800-8808. Website www.condolatravels.com। ਇੱਕ ਵਾਰ ਮੁੜ ਤੋਂ ਸਵਾਗਤ ਕਰਦੇ ਹਾਂ ਜੀ ਅਸੀਂ ਤੁਹਾਡਾ ਬ੍ਰੇਕ ਤੋਂ ਬਾਅਦ ਖਰੀਆਂ ਖੋਟੀਆਂ ਦੇ ਵਿੱਚ। ਤੁਸੀਂ ਜੁੜ ਚੁੱਕੇ ਹੋ ਪੰਜਾਬ 1 ਟੀਵੀ ਦਾ ਇਹ ਬਿਹਤਰੀਨ ਪ੍ਰੋਗਰਾਮ। ਇਸ ਦੇ ਵਿੱਚ ਅਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਅੱਜ। ਔਰਤਾਂ ਦੇ ਸੰਬੰਧ ਵਿੱਚ ਕੁਝ ਔਰਤਾਂ ਐਸੀਆਂ ਹੁੰਦੀਆਂ ਨੇ ਕਿ ਜਿਹੜੀਆਂ ਇਹਨਾਂ ਸਮਾਜ ਦੀਆਂ ਵਲਗਣਾਂ ਦੇ ਵਿੱਚੋਂ ਬਾਹਰ ਨਿਕਲਦੀਆਂ ਨੇ ਤੇ ਆਪਣੇ ਆਪ ਨੂੰ ਸਿੱਧ ਕਰਦੀਆਂ ਨੇ। ਇਸੇ ਤਰ੍ਹਾਂ ਹੀ ਖਰੀਆਂ ਖੋਟੀਆਂ ਦੇ ਵਿੱਚ ਅੱਜ ਅਸੀਂ ਵੀ ਇਸੇ ਤਰ੍ਹਾਂ ਦੀ ਹੀ ਇੱਕ ਕੁੜੀ ਨੂੰ ਬੁਲਾਇਆ ਜਿਹਦਾ ਨਾਮ ਹੈ ਹਰਪ੍ਰੀਤ ਕੌਰ ਭਾਮ, ਔਰ ਉਹ ਬਹੁਤ ਅੱਛੇ ਤਰੀਕੇ ਦੇ ਨਾਲ ਸਾਹਿਤਕ ਖੇਤਰ ਦੇ ਵਿੱਚ ਵਿਚਰਦਿਆਂ ਹੋਇਆਂ, ਸੱਭਿਆਚਾਰਕ ਖੇਤਰ ਦੇ ਵਿੱਚ ਵਿਚਰਦਿਆਂ ਹੋਇਆਂ, ਔਰ ਇੱਥੋਂ ਤੱਕ ਕਿ ਆਪਣੇ ਫੋਕ ਆਰਕੈਸਟਰਾ ਨੂੰ ਵੀ ਅੱਗੇ ਲੈ ਕੇ ਜਾ ਰਹੀ ਹੈ। ਔਰ ਸਾਡੇ ਨਾਲ ਅੱਜ ਪ੍ਰੋਗਰਾਮ ਖਰੀਆਂ ਖੋਟੀਆਂ ਦੇ ਵਿੱਚ ਹਰਪ੍ਰੀਤ ਕੌਰ ਭਾਮ ਸਾਡੇ ਨਾਲ ਮੌਜੂਦ ਨੇ। ਹਰਪ੍ਰੀਤ ਜੀ, ਸਭ ਤੋਂ ਪਹਿਲਾਂ ਤਾਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ। ਹੋਰ ਸੁਣਾਓ, ਕਿਵੇਂ? ਠੀਕ ਆਓ? ਬਹੁਤ ਵਧੀਆ ਸਰ। ਤੇ ਗੱਲ ਕੀਤੀ ਹੈ ਅਸੀਂ ਕਿਉਂਕਿ ਤੁਸੀਂ ਮਿਸਿਸ ਵਰਲਡ ਪੰਜਾਬਣ ਦਾ ਇੱਕ ਕੰਪੀਟੀਸ਼ਨ ਵੀ ਲੜਿਆ। ਹਾਂਜੀ ਸਰ। ਉਸ ਤੋਂ ਪਹਿਲਾਂ ਤੁਸੀਂ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਰਹੇ ਹੋ। ਹਾਂਜੀ। ਇਹ ਯਕਦਮ ਯੂ ਟਰਨ ਜਿਹੜਾ ਤੁਸੀਂ ਆਇਆ, ਇਹ ਕਿੱਦਾਂ ਆਇਆ ਤੁਹਾਡੀ ਜ਼ਿੰਦਗੀ ਦੇ ਵਿੱਚ? ਐਜੂਕੇਸ਼ਨ ਦੇ ਖੇਤਰ 'ਚ ਤਾਂ ਮਤਲਬ ਮੈਨੂੰ ਸ਼ੌਕ ਸੀਗਾ 뮤직 ਦਾ ਬਹੁਤ ਟਾਈਮ। ਮੈਂ ਸੈਕੰਡ ਕਲਾਸ ਤੋਂ ਗਾ ਰਹੀ ਸੀ। ਛੋਟੇ ਹੁੰਦੇ ਮੈਨੂੰ ਗੱਲ ਯਾਦ ਹੈ, ਇੱਕ ਵਾਰ ਪਾਪਾ ਮੇਰੇ ਕਹਿੰਦੇ ਵੀ 뮤직 ਸਿੱਖਣ ਵਾਸਤੇ ਕਿਸੇ ਦੇ ਘਰ ਮੈਨੂੰ ਭੇਜਿਆ, ਉਹਨਾਂ ਨੇ ਮੈਨੂੰ ਗੇਟ ਹੀ ਨਹੀਂ ਖੋਲਿਆ। ਅੱਛਾ। ਕਹਿੰਦੇ ਛੋਟੀ ਹੈ ਇਹ, ਅਸੀਂ ਨਹੀਂ ਸਿਖਾਉਣਾ ਇਹਨੂੰ। ਅੱਛਾ, ਵੀ ਸਾਡਾ ਵੀ ਨਾ ਬੁਲਾ ਦੇਵੇ। ਬਿਲਕੁਲ ਬਿਲਕੁਲ। ਤੇ ਮੈਂ ਘਰ ਆ ਕੇ ਰੋਣਾ ਸ਼ੁਰੂ ਕਰਤਾ ਕਿ ਮੈਨੂੰ ਉਹਨਾਂ ਨੇ ਗੇਟ ਹੀ ਨਹੀਂ ਖੋਲਿਆ। ਮੈਂ ਤਾਂ ਸਿੱਖਣਾ ਸੀਗਾ ਹਨਾ, ਮੈਂ ਸ਼ਬਦ ਸਿੱਖਣੇ ਆ। 2 ਦਿਨ ਮੈਂ ਰੋਟੀ ਨਹੀਂ ਖਾਧੀ। ਤੀਸਰੇ ਦਿਨ ਪਾਪਾ ਮੇਰੇ ਹਾਰਮੋਨੀਅਮ ਚੱਕ ਲਏ, ਕਹਿੰਦੇ ਲੈ ਤੈਨੂੰ ਜਿੱਦਾਂ ਆਉਂਦਾ ਤੂੰ ਵਜਾ, ਤੂੰ ਗਾ। ਤੇ ਉਸ ਦਿਨ ਤੋਂ ਐਸੀ ਹੀ ਸ਼ੁਰੂਆਤ ਹੋਈ, ਹੌਲੀ 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 ਗਾਉਂਦੇ ਗਾਉਂਦੇ ਅੱਜ ਇੱਥੇ ਪਹੁੰਚ ਗਏ। ਬਿਲਕੁਲ ਜੀ। ਕੀ ਬਾਤ ਹੈ, ਬਾ ਕਮਾਲ। ਤੁਸੀਂ ਹੁਣ ਦੇਖੋ ਇਹਨਾਂ ਦੀ ਸ਼ੁਰੂਆਤ ਹੀ ਉਸ ਕਹਿ ਲੋ ਕਿ ਹੌਸਲੇ ਨਾਲ ਜਾਂ ਉਸ ਸ਼ਾਬਾਸ਼ੀ ਦੇ ਨਾਲ ਹੋਈ ਹੈ। ਹਾਂ, ਕਿ ਉਹ ਵੀ ਘਰ ਵਿੱਚੋਂ ਪਿਤਾ ਨੇ ਖੁਦ ਹਾਰਮੋਨੀਅਮ ਲਿਆ ਦਿੱਤਾ ਕਿ ਜਿਵੇਂ ਦਾ ਆਉਂਦਾ ਉਵੇਂ ਦਾ ਹੀ ਸ਼ੁਰੂਆਤ ਕਰੋ, ਤੇ ਉਹ ਅੱਗੇ ਕਿੱਥੇ ਪਹੁੰਚਣਗੇ। ਬਿਲਕੁਲ ਜੀ। ਤੇ ਜੇਕਰ ਹੁਣ ਅਸੀਂ ਗੱਲ ਕਰਦੇ ਹਾਂ ਕਿ ਤੁਸੀਂ ਫਿਰ ਲਗਾਤਾਰ ਇਸ ਲਾਈਨ ਦੇ ਨਾਲ ਜੁੜੇ ਰਹੇ। ਹਾਂਜੀ। ਤੇ ਫਿਰ ਜਿਹੜਾ ਮੌਕਾ ਸੀਗਾ ਮਿਸਿਸ ਵਰਲਡ ਪੰਜਾਬਣ ਦਾ ਕੰਪੀਟੀਸ਼ਨ ਲੜਨ ਦਾ, ਉਹ ਤੁਸੀਂ ਲੜਿਆ ਔਰ ਉਹਦੇ ਵਿੱਚ ਤੁਸੀਂ ਕੀ ਕਹਿੰਦੇ ਆ ਫਸਟ ਰਨਰ ਅਪ ਵੀ ਰਹੇ ਹੋ। ਔਰ ਉਹ ਜਿਹੜਾ ਅਸੀਂ ਕੰਪੀਟੀਸ਼ਨ ਦੇ ਵਿੱਚ ਤੁਹਾਡੇ ਜਾਣ ਦਾ ਸਬੱਬ ਹੈ ਜਿਹੜਾ, ਉਹ ਕਿਵੇਂ ਬਣਿਆ? ਉਹ ਇਸ ਤਰ੍ਹਾਂ ਬਣਿਆ ਕਿ ਐਦਾਂ ਹੀ ਜਿੱਦਾਂ ਫੇਸਬੁੱਕ ਤੇ ਆਉਂਦਾ, ਐਦਾਂ ਹੀ ਫੇਸਬੁੱਕ ਤੇ ਇੱਕ ਐਡ ਆਈ ਸੀਗੀ। ਤੇ ਕਾਲਜ ਟਾਈਮ ਦੇ ਵਿੱਚ ਮੈਂ ਜਦ ਸੀ ਖਾਲਸਾ ਕਾਲਜ ਦੇ ਵਿੱਚ, ਤਾਂ ਮੈਂ ਮਿਸ ਖਾਲਸਾ ਚੁਣੀ ਗਈ ਸੀ ਉਸ ਟਾਈਮ। ਅੱਛਾ। ਫੇਅਰਵੈਲ ਦੇ ਵਿੱਚ। ਤਾਂ ਜਦ ਮੰਮੀ ਨਾਲ ਵੈਸੇ ਹੀ ਸ਼ੌਂਕ ਜਿਹਾ ਹੁੰਦਾ ਹੈ ਨਾ ਵੀ ਕੁਝ ਨਵੀਂ ਚੀਜ਼ ਕਰੀਏ, ਅਲੱਗ ਜੀ ਹਟ ਕੇ, ਤਾਂ ਸਾਰੇ ਕਹਿ ਰਹੇ ਸੀ ਕਿ ਉਦਾਂ ਜਿਹੜੇ ਕੰਪੀਟੀਸ਼ਨ ਹੁੰਦੇ ਆ ਉਹ ਥੋੜੇ ਵਲਗਰ ਜੇ ਹੁੰਦੇ ਆ। ਕਹਿੰਦੇ ਇਹ ਸੱਭਿਆਚਾਰ ਵਾਲਾ, ਤੂੰ ਦੇਖ ਲੈ ਟਰਾਈ ਕਰਕੇ। ਨੱਚਣ ਗਾਉਣ ਦਾ ਸ਼ੌਂਕ ਤਾਂ ਮੈਨੂੰ ਛੋਟੇ ਹੁੰਦੇ ਤੋਂ ਹੀ ਸੀਗਾ, ਕਦੇ ਆਪਾਂ ਗਿੱਧਾ ਭੰਗੜਾ ਛੱਡਿਆ ਹੀ ਨਹੀਂ ਸੀ। ਤੇ ਫਿਰ ਸਾਰੇ ਕਹਿਣ ਲੱਗੇ ਨਹੀਂ ਇੱਕ ਵਾਰੀ ਟਰਾਈ ਜ਼ਰੂਰ ਕਰਨਾ ਚਾਹੀਦਾ, ਤੂੰ ਸਾਰਾ ਕੁਝ ਕਰਕੇ ਦੇਖਿਆ। ਮੈਨੂੰ ਵੀ ਸੀ ਵੀ ਮੈਂ ਲਾਈਫ ਦਾ ਕੋਈ ਐਸਾ ਕੰਮ ਨਹੀਂ ਹੋਣਾ ਚਾਹੀਦਾ ਜਿਹੜਾ ਮੈਂ ਨਹੀਂ ਸਿੱਖਿਆ, ਮੇਰੇ ਮਨ 'ਚ ਕੋਈ ਮਲਾਲ ਨਾ ਰਵੇ ਵੀ ਮੈਂ ਇੱਧਰ ਵੀ ਨਹੀਂ ਕੀਤਾ। ਤਾਂ ਮੈਂ ਉਹਦੇ ਲਈ ਐਂਟਰੀ ਲਈ ਆਪਣਾ ਕੀਤਾ, ਫਾਰਮ ਫਿਲ ਕੀਤਾ, ਉਹਨਾਂ ਨੇ ਮੇਰੀ ਸਿਲੈਕਸ਼ਨ ਕਰ ਲਈ। ਤੇ ਇਹ ਨਹੀਂ ਸੀਗਾ ਵੀ ਮੈਂ ਜਿੱਤਣ ਲਈ ਕਰ ਰਹੀ ਹਾਂ, ਬਸ ਇਹ ਸੀ ਵੀ ਮੈਂ ਦੇਖਣਾ ਹੈ ਵੀ ਇਹਦੇ 'ਚ ਹੁੰਦਾ ਕੀ ਹੈ, ਆਪਣੇ ਆਪ ਨੂੰ ਪਰਖਣਾ ਸੀ ਵੀ ਹਾਂ ਬਹੁਤ ਟਾਈਮ ਹੋ ਗਿਆ ਕੰਪੀਟੀਸ਼ਨ 'ਚ ਕਿਸੇ 'ਚ ਗਏ ਨਹੀਂ, ਮੈਰਿਜ ਹੋ ਗਈ, ਬੇਬੀ ਵੀ ਹੋ ਗਿਆ, ਹੁਣ ਦੇਖੀਏ ਵੀ ਉਸ ਮੁਕਾਮ ਤੱਕ ਕੁਝ ਹੈਗਾ ਅੰਦਰ ਕੇ ਖਤਮ ਹੋ ਗਿਆ। ਵੀ ਆਪਣੇ ਅੰਦਰਲਾ ਜਿਹੜਾ ਕਲਾਕਾਰ ਆ, ਜੋ ਅੰਦਰਲੀ ਜੋ ਪ੍ਰਤਿਭਾ ਆ, ਕਿਤੇ ਉਹ ਵਕਤ ਦੇ ਨਾਲ ਨਾਲ ਹੌਲੀ ਹੌਲੀ ਕਿਤੇ ਦਫਨ ਤਾਂ ਨਹੀਂ ਹੋਈ। ਹਾਂ, ਜਦ ਯੂਥ ਫੈਸਟੀਵਲ ਦੀ ਤਿਆਰੀ ਕਰਾਉਂਦੇ ਹੁੰਦੇ ਸੀ ਨਾ ਕਾਲਜ, ਤਾਂ ਉਦੋਂ ਲੱਗਦਾ ਹੁੰਦਾ ਸੀ ਵੀ ਯਾਰ ਕਦੇ ਸਾਡਾ ਵੀ ਟਾਈਮ ਹੁੰਦਾ ਸੀ ਯੂਥ ਫੈਸਟੀਵਲ 'ਚ, ਅਸੀਂ ਵੀ ਪਾਰਟਿਸਿਪੇਟ ਕਰਦੇ ਸੀ ਭੱਜ ਭੱਜ ਕੇ ਹਨਾ। ਉਹਨਾਂ ਬੱਚਿਆਂ ਦੇ ਵਿੱਚੋਂ ਆਪਣੇ ਆਪ ਨੂੰ ਦੇਖੀਦਾ ਸੀ, ਫਿਰ ਉਹਨਾਂ ਨੂੰ ਉਦਾਂ ਹੀ ਮਿਹਨਤ ਕਰਾਣੀ। ਕਈ ਵਾਰ ਜਦੋਂ ਉਹਨਾਂ ਨੇ ਨਾ ਕਰਨੀ, ਫਿਰ ਆਪਣੇ ਆਪ ਤੇ ਹੋਣਾ ਯਾਰ ਇਹਨਾਂ ਨੂੰ ਕਿਉਂ ਨਹੀਂ ਹੁੰਦਾ, ਸਾਡੇ ਵਰਗਿਆਂ ਨੂੰ ਚਾਹ ਹੁੰਦਾ ਸੀ ਵੀ ਅਸੀਂ ਇੱਥੇ ਪਾਰਟਿਸਿਪੇਟ ਕੀਤਾ ਤਾਂ ਮਿਹਨਤ ਨਾਲ ਲੱਗੇ ਜਾਈਏ।
ਫਿਰ ਹੋਇਆ ਵੀ ਨਹੀਂ, ਇੱਕ ਮੌਕਾ ਆਪਣੇ ਆਪ ਨੂੰ ਵੀ ਦੇਣਾ ਚਾਹੀਦਾ। ਉਹ ਮੌਕਾ ਦਿੱਤਾ ਤੇ ਉਹਦੇ 'ਚ ਮੈਂ ਵਿਨ ਕੀਤਾ। ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ ਮੈਨੂੰ ਉਹਦੇ 'ਚ। ਬਹੁਤ ਸਾਰੇ ਕਲਾਕਾਰਾਂ ਨਾਲ ਪੇਂਟ ਕਰਨ ਦਾ ਮੌਕਾ ਮਿਲਿਆ, ਅੱਗੇ ਵਧਣ ਦਾ ਮੌਕਾ ਮਿਲਿਆ, ਮੈਨੂੰ ਇੱਕ ਚਾਂਸ ਮਿਲਿਆ ਅੱਗੇ ਸਟੇਜ ਤੇ। ਉਹ ਤੋਂ ਬਾਅਦ ਮੈਨੂੰ ਓਪਰਚੁਨਿਟੀਜ਼ ਬਹੁਤ ਮਿਲੀਆਂ ਅੱਗੇ ਵਧਣ ਦੀਆਂ। ਹੁਣ ਉਹ ਜਿਹੜਾ ਤੁਸੀਂ ਇਹ ਕੰਪੀਟੀਸ਼ਨ ਕੀਤਾ ਨਾ, ਕਿਉਂਕਿ ਪਹਿਲਾਂ ਕਾਲਜ ਲੈਵਲ ਤੇ ਜਾਂ ਯੂਨੀਵਰਸਿਟੀ ਲੈਵਲ ਤੇ ਇੱਕ ਬਤੌਰ ਸਟੂਡੈਂਟ ਤੁਸੀਂ ਹੁੰਦੇ ਹੋ ਹਨਾ, ਹੁਣ ਇੱਥੇ ਤੁਸੀਂ ਇੱਕ ਆਰਟਿਸਟ ਦੇ ਤੌਰ ਤੇ ਜਾ ਰਹੇ ਹੋ, ਉਹ ਵੀ ਇੱਕ ਕੰਪੀਟੀਸ਼ਨ ਦੇ ਵਿੱਚ। ਤਾਂ ਕਿੱਦਾਂ ਦੀ ਭਾਵਨਾ ਜਾਂ ਕਿੱਦਾਂ ਦਾ ਡਰ ਸੀ ਤੁਹਾਡੇ ਅੰਦਰ, ਔਰ ਕਿਹੜੀਆਂ ਚੀਜ਼ਾਂ ਤੁਸੀਂ ਜਦੋਂ ਫਿਰ ਉੱਥੋਂ ਚੁਣੌਤੀ ਦੇ ਤੌਰ ਤੇ ਕਬੂਲੀਆਂ, ਕੁਝ ਇਦਾਂ ਦਾ ਜਿਹੜਾ ਤੁਸੀਂ ਸਾਂਝਾ ਕਰਨਾ ਚਾਹੋ? ਜਦੋਂ ਆਪਾਂ ਕੰਪੀਟੀਸ਼ਨ 'ਚ ਜਾਂਦੇ ਆ ਨਾ, ਉੱਥੇ ਇੱਕ ਤੋਂ ਇੱਕ ਬੰਦਾ ਵੱਧ ਕੇ ਹੁੰਦਾ ਹੈ। ਹਰ ਇੱਕ ਦੀ ਆਪਣੀ ਕੁਆਲਿਟੀ ਹੁੰਦੀ ਹੈ ਜੀ। ਉੱਥੇ ਜਦੋਂ ਜੇ ਤਾਂ ਆਪਾਂ ਇਹ ਚੀਜ਼ ਲੈ ਕੇ ਜਾਵਾਂਗੇ ਨਹੀਂ ਅਸੀਂ ਜਿੱਤਣ ਵਾਸਤੇ ਹੀ ਜਾਣਾ ਹੈ ਜੀ, ਫਿਰ ਆਪਾਂ ਜਿਹੜੇ ਲੋਕਾਂ ਦੀਆਂ ਨਾ ਆਪਾਂ ਉੱਥੇ ਕਮੀਆਂ ਹੀ ਛਾਂਟਾਂਗੇ ਵੀ ਉਹਦੇ 'ਚ ਆਹ ਕਮੀ, ਉਹਦੇ 'ਚ ਆਹ ਕਮੀ, ਉਹਦੇ 'ਚ। ਜੇ ਆਪਾਂ ਇਹ ਚੀਜ਼ ਲੈ ਕੇ ਚੱਲਦੇ ਆ ਵੀ ਆਪਾਂ ਉੱਥੇ ਸਿੱਖਣ ਚੱਲੇ ਆ ਕੁਝ, ਚਲੋ ਜੇ ਜਿੱਤੇ ਨਾ ਵੀ ਜਿੱਤੇ ਕੁਝ ਸਿੱਖ ਕੇ ਤਾਂ ਆਵਾਂਗੇ ਨਾ। ਫਿਰ ਉਸ ਕੰਪੀਟੀਸ਼ਨ ਦੇ ਵਿੱਚ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ, ਕਿਉਂਕਿ ਉੱਥੇ ਹਰ ਖੇਤਰ ਤੋਂ ਬੰਦਾ ਆਇਆ ਹੁੰਦਾ ਹੈ। ਕੋਈ ਮੋਹਾਲੀ ਤੋਂ, ਕੋਈ ਜਲੰਧਰ ਤੋਂ, ਕੋਈ ਚੰਡੀਗੜ੍ਹ ਤੋਂ, ਕੋਈ ਕਿਤੋਂ। ਉੱਥੋਂ ਇੰਨਾ ਕੁਝ ਸਿੱਖਣ ਨੂੰ ਮਿਲਿਆ, ਪੰਜਾਬੀ ਭਾਸ਼ਾ ਦਾ ਇੰਨਾ ਗਿਆਨ ਮਿਲਿਆ। ਕਿੰਨੀਆਂ ਚੀਜ਼ਾਂ ਸੀ ਜਿਹੜੀਆਂ ਲੁਪਤ ਹੁੰਦੀਆਂ ਜਾ ਰਹੀਆਂ ਸਾਡੇ ਸੱਭਿਆਚਾਰ ਦੇ ਵਿੱਚੋਂ, ਕਿੰਨੇ ਭਾਂਡੇ ਹੋ ਗਏ, ਕਿੰਨੇ ਲੋਕ ਗੀਤ ਹੋ ਗਏ, ਉਹ ਸਾਰੀਆਂ ਚੀਜ਼ਾਂ ਮੈਨੂੰ ਉੱਥੇ ਦੁਬਾਰਾ ਸਿੱਖਣ ਨੂੰ ਮਿਲੀਆਂ, ਕਿਉਂਕਿ ਮਾਲਵਾ ਖੇਤਰ ਦੀਆਂ ਲੜਕੀਆਂ ਬਹੁਤ ਸੀਗੀਆਂ ਉਹਦੇ ਵਿੱਚ। ਜੀ ਜੀ ਜੀ। ਔਰ ਦੇਖੋ ਤੁਸੀਂ ਜਿਹੜੀ ਗੱਲ ਕੀਤੀ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਸਿੱਖਣ ਨੂੰ ਮਿਲੀਆਂ, ਜਿਵੇਂ ਇਹਨਾਂ ਨੇ ਦੱਸਿਆ ਕਿ ਭਾਂਡੇ ਸੀ, ਬੋਲੀਆਂ ਸੀ, ਭਾਸ਼ਾ ਸੀ, ਹੋਰ ਬਹੁਤ ਸਾਰੀਆਂ ਚੀਜ਼ਾਂ। ਕਿਹੜੀ ਇੱਕ ਖਾਸ ਚੀਜ਼ ਤੁਸੀਂ ਹਾਸਲ ਕੀ ਸਮਝਦੇ ਹੋ? ਕਿਉਂਕਿ ਦੇਖੋ ਇੱਕ ਕਰਾਊਨ ਮਿਲ ਜਾਣਾ ਉਹ ਵੱਖਰੀ ਗੱਲ ਆ, ਹੋਰ ਤੁਸੀਂ ਆਪਣੀ ਇਸ ਕੰਪੀਟੀਸ਼ਨ ਦਾ ਕੀ ਹਾਸਲ ਸਮਝਦੇ ਹੋ ਕਿ ਹਾਂ ਜੇਕਰ ਮੈਂ ਇਸ ਕੰਪੀਟੀਸ਼ਨ ਦੇ ਵਿੱਚ ਨਾ ਆਉਂਦੀ ਤਾਂ ਮੇਰੇ ਕੋਲੋਂ ਇਹ ਰਹਿ ਜਾਣਾ ਸੀ? ਬਹੁਤ ਕੁਝ ਰਹਿ ਜਾਂਦਾ। ਮੇਰੀ ਬੇਟੀ ਮੈਨੂੰ ਫੋਲੋ ਕਰਦੀ ਹੈ। ਅੱਛਾ। ਮਾਸੀ ਨੂੰ ਵੀ ਆਪਣੀ ਨੂੰ ਫੋਲੋ ਕਰਦੀ ਹੈ। ਉਹਨੂੰ ਇਹ ਚੀਜ਼ ਲੱਗਦੀ ਹੈ ਕਿ ਹਾਂ ਜੇ ਮੰਮਾ ਕਰ ਸਕਦੀ ਹੈ ਤਾਂ ਮੈਂ ਵੀ ਕਰ ਸਕਦੀ ਹਾਂ। ਮੈਨੂੰ ਉਹਦੇ ਲਈ ਵੀ ਸੀਗਾ, ਕਿਉਂਕਿ ਜੇ ਮੈਂ ਕਰੂੰਗੀ ਆਪਣੀ, ਜੇ ਮੈਂ ਹਿੰਮਤ ਕਰੂੰਗੀ ਤਾਂ ਮੇਰਾ ਬੱਚਾ ਅੱਗੇ ਹਿੰਮਤ ਕਰੇਗਾ। ਜੀ। ਬੇਟੀ ਹੈ ਤਾਂ ਉਹਨੂੰ ਹਿੰਮਤ ਦੇਣੀ ਬਹੁਤ ਜ਼ਰੂਰੀ ਹੈ, ਕਿਉਂਕਿ ਅੱਜ ਦੇ ਲਾਈਫ ਦੇ ਵਿੱਚ ਇੰਨੀ ਜ਼ਿਆਦਾ ਸਟਰਗਲ ਹੈ, ਤੁਸੀਂ ਅੱਗੇ ਨਹੀਂ ਵੱਧ ਸਕਦੇ ਬਿਨਾਂ ਸਟਰਗਲ ਤੋਂ। ਜੀ। ਜੇ ਉਹ ਮੈਨੂੰ ਦੇਖੂਗੀ ਮਿਹਨਤ ਕਰਦੇ ਹੋਏ ਤਾਂ ਉਹਦੇ 'ਚ ਵੀ ਆਦਤ ਆਊਗੀ ਮਿਹਨਤ ਕਰਨ ਦੀ। ਕੀ ਬਾਤ ਹੈ ਜੀ। ਔਰ ਇਹ ਬਹੁਤ ਵੱਡੀ ਗੱਲ ਹੈ ਕਿ ਅਸੀਂ ਕਿਸੇ ਦੀ ਹਿੰਮਤ ਬਣਨ ਵਾਸਤੇ ਖੁਦ ਆਪਣੇ ਅੰਦਰ ਹਿੰਮਤ ਪੈਦਾ ਕਰਨੀ ਪੈਂਦੀ ਹੈ, ਹਿੰਮਤ ਦੇ ਖੰਭ ਲਗਾਉਣੇ ਪੈਂਦੇ ਨੇ। ਬਿਲਕੁਲ ਬਿਲਕੁਲ। ਹੁਣ ਤੁਸੀਂ ਦੇਖੋ, ਤੁਸੀਂ ਕਿਹਾ ਕਿ ਤੁਹਾਡੀ ਬੱਚੀ ਤੁਹਾਨੂੰ ਫੋਲੋ ਕਰਦੀ ਹੈ ਨਾ, ਕਿ ਤੁਸੀਂ ਮੈਰਿਡ ਹੋ ਹਨਾ, ਤੁਹਾਡੇ ਬੱਚੇ ਨੇ, ਤੇ ਹੁਣ ਤੁਸੀਂ ਪ੍ਰੋਫੈਸ਼ਨਲ ਲਾਈਫ ਵਿੱਚ ਵੀ ਐਂਟਰੀ ਕੀਤੀ ਹੈ ਹਨਾ, ਸੋ ਇਹਨਾਂ ਦੋਨਾਂ ਦਾ ਸੁਮੇਲ ਜਿਹੜਾ ਉਹ ਕਿੰਨਾ ਕੁ ਔਖਾ ਹੈ ਤੇ ਕਿੱਦਾਂ ਉਹਨੂੰ ਮੈਨੇਜ ਕਰਦੇ ਹੋ? ਬਹੁਤ ਔਖਾ ਹੈ ਦੋਨੋਂ ਚੀਜ਼ਾਂ ਨੂੰ ਮੈਨੇਜ ਕਰਨਾ, ਕਿਉਂਕਿ ਤੁਹਾਨੂੰ ਘਰ ਦਾ ਵੀ ਦੇਖਣਾ ਪੈਣਾ। ਘਰ ਦੇ ਵਿੱਚ ਜਿਹੜੀਆਂ ਘਰ ਦੀਆਂ ਲੋੜਾਂ ਨੇ, ਹਸਬੈਂਡ ਹੋ ਗਏ, ਬੱਚੇ ਹੋ ਗਏ, ਉਹਨਾਂ ਨੂੰ ਵੀ ਦੇਖਣਾ ਹਨਾ, ਫਿਰ ਪ੍ਰੋਫੈਸ਼ਨ ਨੂੰ ਵੀ ਦੇਖਣਾ, ਉਹਦੇ ਲਈ ਵੀ ਟਾਈਮ ਕੱਢਣਾ। ਕਈ ਵਾਰੀ ਇਦਾਂ ਹੁੰਦਾ ਵੀ ਹਾਂ ਗੁੜੀਆ ਸੋ ਜਾਏਗੀ, ਹਸਬੈਂਡ ਵੀ ਸੋ ਜਾਣਗੇ, ਤਾਂ ਫਿਰ ਉਸ ਤੋਂ ਬਾਅਦ ਮੈਂ ਆਪਣੇ ਇੰਸਟਰੂਮੈਂਟ ਦੀ ਹੌਲੀ ਮੈਨੂੰ ਫੋਕ ਇੰਸਟਰੂਮੈਂਟ ਵਜਾਉਣ ਦਾ ਸ਼ੌਕ ਹੈ, ਤੇ ਮੈਂ ਹੌਲੀ ਸਾਈਡ ਤੇ ਕਾਰਨਰ 'ਚ ਰੂਮ 'ਚ ਦੂਸਰੇ 'ਚ ਜਾ ਕੇ ਉਹਨੂੰ ਵਜਾਉਣਾ ਵੀ ਨਹੀਂ ਇਹਦੀ ਪ੍ਰੈਕਟਿਸ ਕਰਨੀ ਹੈ, ਮੈਂ ਉਹਦੀ ਪਰਫਾਰਮੈਂਸ ਦੇਣੀ ਹੈ। ਔਰ ਜਿਸ ਟਾਈਮ ਤੇ ਦੁਬਈ ਦਾ ਕੰਪੀਟੀਸ਼ਨ ਹੋਇਆ ਸੀ ਸਾਡਾ ਇੰਡੀਆ 'ਚ ਹੋਣ ਤੋਂ ਬਾਅਦ, ਤਾਂ ਮੈਂ 3 ਦਿਨਾਂ ਦੇ ਵਿੱਚ ਬੁਗਚੂ ਸਿੱਖਿਆ ਸੀ। ਅੱਛਾ। ਤੇ ਉਹਦੇ ਲਈ ਮੈਂ ਜਿਹੜਾ ਹੈਗਾ ਬਹੁਤ ਧੰਨਵਾਦ ਕਰਦੀ ਹਾਂ ਵਿਜੇ ਯਮਲਾ ਸਰ ਦਾ, ਜਿਨ੍ਹਾਂ ਨੇ ਮੈਨੂੰ ਮਤਲਬ ਇਹ ਕਿਹਾ ਕਿ ਹਾਂ ਤੂੰ ਕਰ ਲੇਂਗੀ, ਇੰਨੀ ਹਿੰਮਤ ਦਿੱਤੀ ਵੀ ਤੂੰ ਕਰ ਲੇਂਗੀ, ਕਰ ਕੋਈ ਗੱਲ ਨਹੀਂ। ਉਹਨਾਂ ਨੇ ਮੈਨੂੰ ਬਿਠਾਤਾ, ਹਾਂ ਇੱਕ ਲੈਸਨ ਦਿੱਤਾ ਉਹਨਾਂ ਨੇ ਮੈਨੂੰ ਬੁਗਚੂ ਦਾ ਕਿ ਤੂੰ ਬਹਿ ਜਾ। 9 ਵਜੇ ਬਿਠਾਇਆ ਤੇ ਬਿਠਾ ਕੇ ਮੈਨੂੰ ਕਹਿੰਦੇ ਮੈਂ ਨਾ ਥੋੜੇ ਟਾਈਮ 'ਚ ਆ ਰਿਹਾ, ਤੂੰ ਅੱਧਾ ਕੁ ਘੰਟਾ ਬੈਠ। ਮੈਂ ਕਿਹਾ ਠੀਕ ਹੈ ਸਰ। ਮੈਂ ਬੈਠੀ ਰਹੀ। ਸਰ ਆਏ 4 ਵਜੇ ਅੱਛਾ ਸ਼ਾਮ ਨੂੰ। ਮੈਨੂੰ ਇਹ ਸੀ ਵੀ ਮੈਂ ਵਜਾਉਣਾ, ਜਦ ਤੱਕ ਸਰ ਆਉਣਗੇ ਤਾਂ ਮੈਂ ਵਜਾ ਕੇ ਸਰ ਨੂੰ ਦਿਖਾਉਣਾ, ਮੈਂ ਪੱਕਿਆ ਕਰ ਲੈਣਾ ਉਹ ਲੈਸਨ ਹਨਾ। ਸ਼ਾਮ ਨੂੰ 4 ਵਜੇ ਸਰ ਆ ਕੇ ਕਹਿੰਦੇ ਤੂੰ ਗਈ ਨਹੀਂ ਹਲੇ ਤੱਕ। ਅੱਛਾ ਫਿਰ ਇੱਥੇ ਹੀ ਆ। ਮੈਂ ਕਿਹਾ ਸਰ ਵੀ ਤੁਸੀਂ ਮੈਨੂੰ ਕਹਿ ਕੇ ਗਏ ਸੀ ਮੈਂ ਥੋੜੇ ਟਾਈਮ 'ਚ ਆਇਆ, ਮੈਂ ਆ ਕੇ ਸੁਣਨਾ ਤੇਰੇ ਤੋਂ, ਤਾਂ ਮੈਂ ਪੱਕਾ ਕਰ ਰਹੀ ਸੀ। ਤੇ ਉਹਨਾਂ ਨੇ ਜਦੋਂ ਸੁਣਿਆ ਕਹਿੰਦੇ ਹਾਂ ਬਿਲਕੁਲ ਐਕੂਰੇਟ ਹੋ ਗਿਆ ਹੁਣ ਤੂੰ। ਉਸ ਤੋਂ ਅਗਲੇ ਦਿਨ ਸਾਡੀ ਦਿੱਲੀ ਦੀ ਪਰਫਾਰਮੈਂਸ ਸੀਗੀ, ਸਰ ਨਾਲ ਜਾਣਾ ਸੀ ਕਨੌਟ ਪਲੇਸ, ਦਿੱਲੀ ਪੰਜਾਬੀ ਅਕੈਡਮੀ ਵੱਲੋਂ ਹੁੰਦਾ ਜਿਹੜਾ। ਤੇ ਸਰ ਮੈਨੂੰ ਕਹਿੰਦੇ ਇੰਨਾ ਕੁ ਤੇਰਾ ਹੋ ਗਿਆ ਵੀ ਤੂੰ ਉੱਥੇ ਵਜਾ ਸਕਦੀ। ਮੈਂ ਕਿਹਾ ਸਰ ਇੱਕ ਦਿਨ ਤਾਂ ਮੈਨੂੰ ਹੋਇਆ ਵੀ ਮੈਂ ਇੰਨੀ ਛੇਤੀ। ਕਹਿੰਦੇ ਕੋਈ ਗੱਲ ਨਹੀਂ, ਥੋੜੀ ਦੇਰ ਤੂੰ ਆਪਾਂ ਸਵੇਰੇ 5 ਵਜੇ ਜਾਣਾ, ਤੂੰ ਬੱਸ 'ਚ ਬਹਿ ਕੇ ਸਾਡੇ ਨਾਲ ਉੱਥੇ ਆਪਣੀ ਪ੍ਰੈਕਟਿਸ ਕਰ ਲਈ। ਤੇ ਇੱਕ ਦਿਨ ਮੈਂ ਵਜਾਇਆ, ਅਗਲੇ ਦਿਨ ਮੈਨੂੰ ਸਰ ਨੇ ਉੱਥੇ ਜਾ ਕੇ ਸਟੇਜ ਤੇ ਖੜੇ ਕਰਤਾ ਵੀ ਨਹੀਂ ਵਜਾਓ ਫੋਕ ਆਰਕੈਸਟਰਾ ਦੀ ਟੀਮ ਦੇ ਨਾਲ। ਉੱਥੇ ਮੈਂ ਫਸਟ ਟਾਈਮ ਵਜਾਇਆ ਬੁਗਚੂ। ਤੇ ਉੱਥੋਂ ਵਾਪਸ ਆ ਕੇ ਚੌਥੇ ਦਿਨ ਮੇਰੀ ਫਲਾਈਟ ਸੀਗੀ ਦੁਬਈ ਦੀ, ਤੇ ਫਿਰ ਮੈਂ ਉੱਥੇ ਟੈਲੈਂਟ ਰਾਊਂਡ ਦੇ ਵਿੱਚ ਬੁਗਚੂ ਵਜਾ ਕੇ ਆਈ। ਕੀ ਬਾਤ ਹੈ ਜੀ। ਮੈਂ ਕਿਸੇ ਚੈਨਲ ਦੇ ਉੱਪਰ ਤੁਹਾਡੀ ਪਰਫਾਰਮੈਂਸ ਦੇਖ ਰਿਹਾ ਸੀਗਾ ਫੋਕ ਆਰਕੈਸਟਰਾ ਦੀ,
ਬਹੁਤ ਅੱਛੀ, ਔਰ ਉਹਦੇ ਵਿੱਚ ਤੁਸੀਂ ਇੱਕ ਗਾਇਆ ਵੀ ਹੈ, ਹਾਂਜੀ ਸਰ। ਹਨਾ ਜੀ, ਤੇ ਨਾਲ ਬੁਗਚੂ ਆਮ ਤੌਰ ਤੇ ਸਾਡੀ ਨੌਜਵਾਨ ਪੀੜ੍ਹੀ ਸ਼ਾਇਦ ਬੁਗਚੂ ਉਸ ਸਾਜ਼ ਦੇ ਬਾਰੇ ਨਹੀਂ ਜਾਣਦੀ ਹੋਗੀ, ਉਹ ਪਾ ਕੇ ਜਿਹੜਾ ਵਜਾਉਂਦੇ ਆ ਬੜਾ ਅੱਛਾ, ਔਰ ਉਹਦੀ ਆਵਾਜ਼ ਬੜੀ ਅੱਛੀ ਨਿਕਲਦੀ ਹੈ। ਔਰ ਤੁਸੀਂ ਉਸ ਜਿਹੜਾ ਉਹ ਪਰਫਾਰਮੈਂਸ ਤੁਹਾਡੀ ਮੈਂ ਦੇਖੀ ਹੈ, ਉਸ ਤੋਂ ਇਲਾਵਾ ਕੋਈ ਹੋਰ ਕੁਝ ਗੁਣਗੁਣਾਉਂਦੇ ਹੋਵੋ ਜਿਹੜਾ ਸਾਡੇ ਪ੍ਰੋਗਰਾਮ ਵਿੱਚ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕਰਨਾ ਚਾਹੋ? ਸਰ ਮੈਨੂੰ ਢੋਲ ਵਜਾਉਣ ਦਾ ਵੀ ਸ਼ੌਂਕ ਹੈ, ਮੈਂ ਢੋਲ ਵੀ ਸਿੱਖ ਰਹੀ ਹਾਂ। ਕੀ ਬਾਤ ਹੈ ਜੀ, ਕੀ ਬਾਤ ਹੈ। ਫਿਰ ਇਹ ਗਾਣਾ ਸੱਚਾ ਹੋ ਗਿਆ, ਢੋਲ ਜਗੀਰੋ ਦਾ। ਹਾਂ ਸਹੀ ਗੱਲ ਹੈ, ਉਹ ਮੈਨੂੰ ਬਹੁਤ ਪਸੰਦ ਹੈ ਉਹ ਗਾਣਾ। ਅੱਛਾ, ਢੋਲ ਵਜਾਉਣਾ ਸਿੱਖ ਰਹੇ ਹੋ, ਹੋਰ ਕੀ ਕੀ ਆਉਣ ਵਾਲੇ ਸਮੇਂ ਦੇ ਵਿੱਚ ਦਿਮਾਗ ਦੇ ਵਿੱਚ ਹੈਗਾ ਕਿ ਮੈਂ ਆ ਵਜਾਉਣੇ ਸਾਜ਼ ਸਿੱਖਣੇ ਆ? ਸਰ ਮੈਨੂੰ ਇਹ ਚੀਜ਼ ਹੈ ਕਿ ਮੈਂ ਜਿੰਨੇ ਫੋਕ ਇਨਸਟਰੂਮੈਂਟ ਹੈਗੇ ਆ ਮੈਂ ਸਾਰੇ ਇੱਕ ਵਾਰ ਜ਼ਰੂਰ ਵਜਾਉਣੇ ਆ, ਤਾਂ ਕਿ ਜਿਹੜੀ ਮੇਰੀ ਆਉਣ ਵਾਲੀ ਪੀੜ੍ਹੀ ਹੈ, ਜੇ ਮੈਂ ਆਪਣੇ ਬੱਚਿਆਂ ਤੋਂ ਸ਼ੁਰੂਆਤ ਕਰੂੰਗੀ ਤਾਂ ਮੈਂ ਅਗਲੀ ਪੀੜ੍ਹੀ ਨੂੰ ਸਿਖਾਉਂਗੀ, ਹਨਾ। ਬਿਲਕੁਲ ਬਿਲਕੁਲ। ਜੇ ਮੈਂ ਆਪ ਸਿੱਖੂੰਗੀ ਮੈਂ ਤਾਂ ਹੀ ਅੱਗੇ ਸਿਖਾ ਸਕਦੀ ਹਾਂ ਆਪਣੇ ਬੱਚੇ ਨੂੰ। ਜੇ ਮੈਂ ਇੱਕ ਚੀਜ਼ ਘਰ 'ਚ ਵਜਾਊਂਗੀ ਤਾਂ ਹੋ ਸਕਦਾ ਉਹਦੇ ਮਨ 'ਚ ਵੀ, ਉਹਨੂੰ ਦੇਖ ਕੇ, ਉਹਦੀ ਆਵਾਜ਼ ਸੁਣ ਕੇ ਉਹਦੇ ਮਨ 'ਚ ਵੀ ਆਵੇ ਵੀ ਨਹੀਂ, ਜੇ ਆ ਇੰਨੀ ਅੱਛੀ ਆਵਾਜ਼ ਹੈ ਤਾਂ ਮੈਂ ਵੀ ਸਿੱਖਣਾ। ਹੁਣ ਮੰਨ ਲਓ ਮੈਂ ਹਾਰਮੋਨੀਅਮ ਵਜਾਉਂਦੀ ਸੀ ਪਹਿਲਾਂ, ਤਾਂ ਮੈਨੂੰ ਦੇਖ ਕੇ ਮੇਰੀ ਬੇਟੀ ਨੂੰ ਹੋਇਆ ਕਿ ਨਹੀਂ ਮੈਂ ਵੀ ਕੀਰਤਨ ਕਰਨਾ ਹੈ, ਮੈਂ ਵੀ ਹਾਰਮੋਨੀਅਮ ਵਜਾਣਾ, ਔਰ ਉਹ ਵਜਾਉਂਦੀ ਹੈ ਜੀ, ਠੀਕ ਹੈ। ਹੁਣ ਉਹ ਕਹਿੰਦੀ ਹੈ ਮੈਂ ਬੁਗਚੂ ਵਜਾਉਣਾ ਹੈ, ਮੈਂ ਉਹਦੇ ਲਈ ਛੋਟਾ ਬੁਗਚੂ ਆਰਡਰ ਕੀਤਾ, ਮੈਂ ਕਿਹਾ ਚਲੋ ਉਹਨੂੰ ਬੁਗਚੂ ਵਜਾਉਣਾ ਵੀ ਸਿਖਾ। ਸੱਪ ਬਹੁਤ ਵਧੀਆ ਵਜਾ ਲੈਂਦੀ ਹੈ। ਅੱਛਾ, ਹਾਂ, ਕੀ ਬਾਤ ਹੈ ਜੀ। ਦੇਖੋ ਆਮ ਤੌਰ ਤੇ ਬੀਬੀਆਂ ਜਿਹੜੀਆਂ ਨਾ ਉਹ ਬੈਂਡ ਹੀ ਵਜਾਉਂਦੀਆਂ, ਬੈਂਡ ਵਜਾਉਂਦੀਆਂ ਔਰ ਸੱਪ ਤੋਂ ਡਰਦੀਆਂ ਨੇ। ਤੇ ਚਲੋ ਖੈਰ, ਹਰਪ੍ਰੀਤ ਜੀ ਜਿਹੜੇ ਸਾਡੇ ਜਿੰਨੇ ਵੀ ਸਾਡੇ ਲੋਕ ਸਾਜ਼ ਨੇ ਉਹਨਾਂ ਦੇ ਵਿੱਚ ਮਹਾਰਤ ਹਾਸਲ ਕਰ ਰਹੇ ਨੇ, ਸਾਡੀਆਂ ਸ਼ੁਭ ਕਾਮਨਾਵਾਂ ਨੇ ਇਹਨਾਂ ਦੇ ਲਈ। ਔਰ ਗਾਉਣ ਦੇ ਵਿੱਚ ਵੀ ਆਪਣਾ, ਕਿਉਂਕਿ ਤੁਸੀਂ ਅਜ਼ਮਾਇਸ਼ ਕੀਤੀ ਹੈ ਕਦੇ ਕਿ ਹਾਂ ਵੀ ਮੈਂ ਆਪਣਾ ਗਲ ਵੀ ਪਰਖ ਲਵਾਂ ਤੇ ਮੈਂ ਗਾਵਾਂ ਵੀ, ਇੱਧਰ ਵੱਲਾਂ ਵੀ ਹੈ ਧਿਆਨ? ਸਰ ਮੇਰੀ ਜਿਹੜੀ ਐਮਏ ਹੈ ਉਹ ਗੁਰਮਤਿ ਸੰਗੀਤ ਦੀ ਹੈ। ਗਾਉਣ ਦਾ ਤਾਂ ਮੈਨੂੰ ਸ਼ੁਰੂ ਤੋਂ ਹੀ ਸ਼ੌਂਕ ਹੈ ਜੀ, ਜ਼ਿਆਦਾ ਮੈਂ ਫੋਕ ਹੀ ਗਾਇਆ। ਅੱਛਾ, ਮੈਨੂੰ ਫੋਕ ਗੀਤ ਗਾਣੇ ਕੋਈ ਇੱਕ ਅੱਧਾ ਕੋਈ ਸਾਨੂੰ ਟੋਟਾ ਸੁਣਾਓਗੇ ਕੋਈ ਮਾੜਾ ਮੋਟਾ? ਹਾਂਜੀ, ਪਿੱਛੇ ਜੇ ਜੀਟੀਵੀ ਤੇ ਸਾਡਾ ਪ੍ਰੋਗਰਾਮ ਆਇਆ ਸੀ, ਵਿਜੇ ਸਰ ਨਾਲ ਹੀ ਗਈ ਸੀ ਮੈਂ ਜੀ, ਵਿਸਾਖੀ ਮੇਲੇ ਦਾ। ਉਹਦੇ ਤੇ ਮੈਂ ਤੇ ਸਰ ਨੇ ਡਿਊਟ ਗਾਇਆ ਸੀਗਾ ਜੀ। ਉਹਦੇ ਚੋਂ ਸੌਂਗ ਸੀਗਾ ਸੜਕੇ ਸੜਕੇ ਜਾਂਦੀ ਹੈ, ਤਾਂ ਉਹਦੇ ਚ ਮੈਂ ਦੋਨੋਂ ਪੋਰਸ਼ਨ ਗਾ ਦਿੰਦੀ ਆ, ਸਰ ਵਾਲਾ ਵੀ ਤੇ ਆਪਣਾ ਵੀ। ਤੁਸੀਂ ਆਪਣਾ ਹੀ ਗਾ ਦਿਓ। ਉਹਦੇ ਚੋਂ ਲੜਕਾ ਉਹਨੂੰ ਕਹਿੰਦਾ ਕਿ ਸੜਕੇ ਸੜਕੇ ਜਾਂਦੀ ਏ ਮੁਟਿਆਰੇ ਨੀ, ਉਹਨੂੰ ਕਹਿੰਦਾ ਵੀ ਤੇਰੇ ਪੈਰ 'ਚ ਕੰਡਾ ਚੁੱਕ ਗਿਆ, ਹਨਾ, ਵੀ ਕੌਣ ਕੱਢੂਗਾ ਇਹਨੂੰ। ਕੁੜੀ ਜਵਾਬ ਦਿੰਦੀ ਹੈ, ਭਾਬੋ ਕੱਢੇ ਮੇਰਾ ਕਾਂਡੜਾ ਸੁਣ ਜੋਗੀ ਆਵੇ, ਭਾਬੋ ਕੱਢੇ ਮੇਰਾ ਕਾਂਡੜਾ ਸੁਣ ਜੋਗੀ ਆਵੇ, ਵੀਰ ਸਹੂ ਮੇਰੀ ਪੀੜ ਵੇ ਮੈਂ ਤੇਰੀ ਮਹਿਰਮ ਨਾਈ ਓਏ, ਵੇੜਿਆ ਵੀਰ ਸਹੂ ਮੇਰੀ ਪੀੜ ਵੇ ਮੈਂ ਤੇਰੀ ਮਹਿਰਮ ਨਾਈ ਓਏ। क्या बात है जी, क्या बात है। और अच्छी आवाज़ है और बहुत अच्छे तरीके ਦੇ ਨਾਲ ਜੇਕਰ ਅਸੀਂ ਗੱਲ ਕਰੀਏ ਕਿ ਪੰਜਾਬੀ ਵਿਰਸੇ ਦੀ ਤੁਸੀਂ ਸੇਵਾ ਦੇ ਵਿੱਚ ਜੁਟੇ ਹੋ, ਔਰ ਇਸ ਸਫ਼ਰ ਦੇ ਦੌਰਾਨ ਕੋਈ ਖਾਸ ਮੁਸ਼ਕਲਾਂ ਜਿਹੜੀਆਂ ਤੁਹਾਨੂੰ ਫੇਸ ਕਰਨੀਆਂ ਪਈਆਂ ਹੋਣ? ਕਿਉਂਕਿ ਜ਼ਿੰਦਗੀ ਖੱਟੇ ਮਿੱਠੇ ਹਨਾ ਤਜਰਬੇ ਹੁੰਦੇ ਹੀ ਰਹਿੰਦੇ ਨੇ। ਤੁਸੀਂ ਬਾਕਮਾਲ ਗਾਉਂਦੇ ਹੋ, ਬਹੁਤ ਅੱਛੀਆਂ ਤੁਹਾਡੀਆਂ ਪਰਫਾਰਮੈਂਸ ਇੰਟਰਨੈਸ਼ਨਲ ਲੈਵਲ ਤੇ ਹੋਈਆਂ ਨੇ, ਪਰ ਇਦਾਂ ਹੁੰਦਾ ਹੈ ਕਦੇ ਨਾ ਕਦੇ, ਕਈ ਵਾਰ ਘਰ ਚੋਂ ਸਹਿਯੋਗ ਨਹੀਂ ਮਿਲਦਾ। ਘਰ ਚੋਂ ਸਹਿਯੋਗ ਮਿਲਦਾ ਹੈ ਤਾਂ ਪ੍ਰੋਫੈਸ਼ਨਲੀ ਬਹੁਤ ਸਾਰੀਆਂ ਤੁਹਾਨੂੰ ਪਾਰਸ਼ੈਲਿਟੀਆਂ ਸਹਿਣੀਆਂ ਪੈਂਦੀਆਂ ਨੇ, ਹਨਾ। ਸੋ ਬਹੁਤ ਸਾਰੇ ਆਰਟਿਸਟ ਹਮੇਸ਼ਾ ਇਹ ਜ਼ਿਕਰ ਕਰਦੇ ਨੇ। ਤੁਹਾਡਾ ਇਹ ਸਫ਼ਰ ਕਿੱਦਾਂ ਦਾ ਫਿਰ ਰਿਹਾ? ਮੇਰੇ ਸਫ਼ਰ ਦੇ ਵਿੱਚ ਔਕੜਾਂ ਤਾਂ ਬਹੁਤ ਆਈਆਂ ਮੈਨੂੰ ਵੀ। ਪਹਿਲਾਂ ਥੋੜਾ ਜਿਹਾ ਘਰ ਚੋਂ ਹੀ ਵਿਰੋਧ ਹੋਇਆ, ਪਰ ਹੌਲੀ ਹੌਲੀ ਸਭ ਸੈੱਟ ਹੋ ਗਿਆ। ਇਹ ਪਹਿਲਾਂ ਇਹ ਚੀਜ਼ ਸੀ ਕਿ ਜਿਸ ਤਰ੍ਹਾਂ ਬਾਕੀ ਲੋਕੀ ਐਜ਼ ਏ ਪ੍ਰੋਫੈਸ਼ਨ ਉਹਦੇ 'ਚ ਜਾਂਦੇ ਆ, ਕਿਉਂਕਿ ਟੀਵੀ ਲਾਈਨ ਨੂੰ ਬਹੁਤ ਸਾਰੇ ਜਿਹੜੀ ਫੈਮਲੀਜ਼ ਨੇ ਨਹੀਂ ਅਸੈਪਟ ਕਰਦੀਆਂ, ਕਿ ਨਹੀਂ ਚੰਗਾ ਸਮਝਦੀਆਂ ਕਿ ਉੱਥੇ ਪਤਾ ਨਹੀਂ ਕੀ ਕੀ ਹੁੰਦਾ। ਪਰ ਹੌਲੀ ਹੌਲੀ ਜਿਵੇਂ ਕਹਿ ਲਓ ਟਾਈਮ ਦੇ ਨਾਲ ਨਾਲ ਉਹਨਾਂ ਨੂੰ ਲੱਗਿਆ ਕਿ ਨਹੀਂ। ਦੂਸਰਾ ਮੇਰੇ ਗੁਰੂ ਜੀ ਨੇ ਮੇਰੀ ਬਹੁਤ ਹੈਲਪ ਕੀਤੀ, ਵਿਜੇ ਯਮਲਾ ਜੀ ਨੇ, ਉਹਨਾਂ ਨੇ ਮੈਨੂੰ ਹਰ ਟਾਈਮ ਸਹਿਯੋਗ ਦਿੱਤਾ। ਫਿਰ ਮੇਰੇ ਮਦਰ, ਆਪਣੇ ਮੇਰੀ ਸਿਸਟਰ ਹੈ ਗਿੰਨੀ ਗੁਰਸਾਜ, ਉਹ ਖੁਦ ਸਿੰਗਰ ਹੈ, ਤੇ ਉਹਨੇ ਮੈਨੂੰ ਮੋਰਲ ਸਪੋਰਟ, ਉਹ ਹੈਂਡੀਕੈਪਟ ਹੈ। ਅੱਛਾ, ਉਹਨੇ ਮੈਨੂੰ ਕਿਹਾ ਕਿ ਜਦ ਮੈਂ ਹੈਂਡੀਕੈਪਟ ਹੋ ਕੇ ਮੈਂ ਇਹ ਸਭ ਕੁਝ ਕਰ ਸਕਦੀ ਹਾਂ ਤਾਂ ਤੂੰ ਤਾਂ ਬਹੁਤ ਅੱਗੇ ਜਾ ਸਕਦੀ ਹੈ, ਵੀ ਤੂੰ ਬੱਚਾ ਵੀ ਸੰਭਾਲ ਰਹੀ ਹੈ, ਫੈਮਿਲੀ ਵੀ ਸੰਭਾਲ ਰਹੀ ਹੈ, ਤਾਂ ਥੋੜੀ ਜਿਹੀ ਮਿਹਨਤ ਕਰੇਂਗੀ ਤਾਂ ਸ਼ਾਇਦ ਜੋ ਤੇਰੇ ਮਨ ਦੇ ਵਿੱਚ ਹੈਗਾ ਉਹਨੂੰ ਤੂੰ ਸਿੱਖ ਕੇ ਅੱਗੇ ਲੋਕਾਂ ਤੱਕ ਪਹੁੰਚਾ ਸਕਦੀ ਹੈ। ਕਿਉਂਕਿ ਮੇਰੇ ਮਨ 'ਚ ਸੀਗਾ ਕਿ ਮੈਂ ਕੁਝ ਡਿਫਰੈਂਟ ਕਰਨਾ ਬਾਕੀਆਂ ਨਾਲੋਂ, ਪਰ ਕਰਨਾ ਉਹ ਹੈ ਜਿਹੜਾ ਅੱਗੇ ਮੇਰੇ ਸਮਾਜ ਲਈ ਕੰਮ ਆਵੇ।
ਬਿਲਕੁਲ ਜੀ। ਔਰ ਅੱਛੇ ਇਰਾਦੇ ਹੋਣ, ਨੇਕ ਇਰਾਦੇ ਹੋਣ, ਮਜ਼ਬੂਤ ਇਰਾਦੇ ਹੋਣ ਤਾਂ ਫਿਰ ਬੰਦਾ ਕਦੇ ਵੀ ਡੋਲਦਾ ਨਹੀਂ, ਆਪਣੀ ਮੰਜ਼ਿਲ ਵੱਲ ਲਗਾਤਾਰ ਵੱਧਦਾ ਜਾਂਦਾ ਹੈ ਔਰ ਉਸ ਬੰਦੇ ਨੂੰ ਕੋਈ ਵੀ ਰਾਹ ਦੇ ਵਿੱਚੋਂ ਬਾਹ ਫੜ ਕੇ ਕੋਈ ਰੋਕ ਨਹੀਂ ਸਕਦਾ, ਕਿਉਂਕਿ ਅੱਗੇ ਵਧਣਾ ਹਰ ਇੱਕ ਦਾ ਅਖਤਿਆਰ ਹੈ। ਬਿਲਕੁਲ ਪੰਛੀ ਵੀ ਉੱਡਣਾ ਚਾਹੁੰਦੇ ਨੇ, ਉਹ ਉੱਡਦੇ ਨੇ, ਆਕਾਸ਼ ਸਰ ਕਰਦੇ ਨੇ ਔਰ ਇਸੇ ਤਰ੍ਹਾਂ ਹੀ ਬੰਦੇ ਦੀਆਂ ਵੀ ਬਹੁਤ ਸਾਰੀਆਂ ਖਾਹਿਸ਼ਾਂ ਹੁੰਦੀਆਂ ਨੇ। ਹੁਣ ਤੁਹਾਡੀ ਕੀ ਖਾਹਿਸ਼ ਆ, ਅੱਗੇ ਕੀ ਕਰਨਾ ਚਾਹੁੰਦੇ ਹੋ, ਕੀ ਪਲਾਨਿੰਗਸ ਨੇ? ਮੇਰੀਆਂ ਪਲਾਨਿੰਗਸ ਇਹ ਨੇ ਕਿ ਮੈਂ ਫੋਕ ਆਰਕੈਸਟਰਾ ਸਿੱਖ ਕੇ ਹਰ ਇੱਕ ਇਨਸਟਰੂਮੈਂਟ ਵਜਾਉਣਾ ਸਿੱਖਾਂ, ਹਰੇਕ ਸਾਡਾ ਪੰਜਾਬੀ ਜਿਹੜਾ ਨਾਚ ਹੈ ਉਹਨੂੰ ਨੱਚਣਾ ਸਿੱਖਾਂ ਤੇ ਉਹਨੂੰ ਲੋਕਾਂ ਤੱਕ ਲੈ ਕੇ ਜਾਵਾਂ। ਸ਼ੁਰੂਆਤ ਆਪਣੇ ਬੱਚੇ ਤੋਂ ਕਰਾਂ, ਕਿਉਂਕਿ ਮੈਂ ਇਹ ਚੀਜ਼ ਚਾਹੁੰਦੀ ਹਾਂ ਕਿ ਜੋ ਮੈਂ ਮਿਸ ਕੀਤਾ ਛੋਟੇ ਹੁੰਦੇ, ਕਿਉਂਕਿ ਛੋਟੇ ਹੁੰਦੇ ਉਦੋਂ ਇੰਨੀਆਂ ਫੈਸਿਲਿਟੀਆਂ ਨਹੀਂ ਸੀਗੀਆਂ, ਹੁਣ ਸਾਡੇ ਕੋਲ ਫੈਸਿਲਿਟੀਆਂ ਹੈਗੀਆਂ ਨੇ, ਉਹ ਉਹਨੂੰ ਸਿਖਾਵਾਂ ਤਾਂ ਕਿ ਉਹ ਅੱਗੇ ਆਉਣ ਵਾਲੀ ਜਨਰੇਸ਼ਨ ਨੂੰ ਵੀ ਉਹ ਚੀਜ਼ਾਂ ਵੰਡ ਸਕੇ। ਬਿਲਕੁਲ ਬਿਲਕੁਲ ਜੀ। ਔਰ ਇਸੇ ਤਰ੍ਹਾਂ ਹੀ ਜ਼ਿੰਦਗੀ ਦੇ ਵਿੱਚ ਜੇਕਰ ਅਸੀਂ ਅੱਗੇ ਵਧਦੇ ਗਏ, ਅੱਗੇ ਨਿਕਲਦੇ ਗਏ ਔਰ ਆਪਣੀ ਪੀੜ੍ਹੀ ਦੇ ਪ੍ਰਤੀ ਸੁਚੇਤ ਰਹੇ, ਆਪਣੇ ਵਿਰਸੇ ਦੇ ਪ੍ਰਤੀ ਸੁਚੇਤ ਰਹੇ ਤਾਂ ਬਹੁਤ ਕੁਝ ਅਸੀਂ ਸਿੱਖ ਵੀ ਸਕਦੇ ਹਾਂ, ਸਿਖਾ ਵੀ ਸਕਦੇ ਹਾਂ। ਹਰਪ੍ਰੀਤ ਜੀ, ਅੱਜ ਭਾਵੇਂ ਮੁਲਾਕਾਤ ਛੋਟੀ ਜਿਹੀ ਸੀ ਪਰ ਬਹੁਤ ਅੱਛੀ ਸੀ। ਤੁਹਾਡੀ ਜ਼ਿੰਦਗੀ ਦੇ ਬਾਰੇ, ਤੁਹਾਡੇ ਇਸ ਸਫ਼ਰ ਦੇ ਬਾਰੇ ਅਸੀਂ ਬਹੁਤ ਕੁਝ ਜਾਣਿਆ। ਆਉਣ ਵਾਲੇ ਸਮੇਂ ਦੇ ਲਈ ਤੁਹਾਡੇ ਲਈ ਬਹੁਤ ਸਾਰੀਆਂ ਸ਼ੁਭ ਕਾਮਨਾਵਾਂ। ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਔਰ ਸਾਡੇ ਦਰਸ਼ਕਾਂ ਦਾ ਵੀ ਬਹੁਤ-ਬਹੁਤ ਸ਼ੁਕਰੀਆ ਕਿ ਉਹਨਾਂ ਨੇ ਸਾਡੇ ਨਾਲ ਇਸ ਸਮਾਂ ਬਤੀਤ ਕੀਤਾ। ਇਸੇ ਤਰ੍ਹਾਂ ਹੀ ਮੁੜ ਮੁਲਾਕਾਤਾਂ ਹੋਣਗੀਆਂ। ਫਿਲਹਾਲ ਦਿਓ ਇਜਾਜ਼ਤ ਚਰਨਜੀਤ ਜੋਗੀ ਨੂੰ, ਮੈਨੂੰ ਦੀਪ ਕੌਰ ਨੂੰ ਸ਼ੁਕਰੀਆ। For more updates, download Punjab One TV app free on Roku, Tikri TV, Google Play Store, iOS. Like, follow and share our Facebook page. YouTube channel भी subscribe कर सकते हो।